ਇੱਕ ਫੋਰਸ ਉਹ ਜਿਹੜੀ ਦਿਖ ਨਹੀਂ ਸੀ ਰਹੀ ਪਰ ਵਰਕ ਕਰ ਰਹੀ ਸੀ। ਉਹ ਸੀ ਚੀਨ। ਜਿਹੜੀ ਤੁਸੀਂ ਜਾਲਟਾ ਸੰਧੀ ਦੀ ਗੱਲ ਕਰਦੇ ਆ, ਜਾਲਟਾ ਸੰਧੀ ਦੇ ਵਿੱਚ ਮੇਨ ਗੱਲਾਂ ਹੀ ਤੈਅ ਕੀਤੀਆਂ ਜਾਂਦੀਆਂ। ਭਾਰਤ ਪਾਕਿਸਤਾਨ ਵੰਡਿਆ ਜਾਊਗਾ ਤੇ ਜਾਂ ਮਲੇਸ਼ੀਆ ਵੰਡ ਦਿੱਤਾ ਜਾਂ ਕੋਰੀਆ ਵੰਡ ਦਿੱਤਾ ਜਾਂ ਕਿਹੜਾ ਦੇਸ਼ ਕਿਹੜੇ ਥੱਲੇ ਪ੍ਰਭਾਵ ਥੱਲੇ ਜ਼ਿਆਦਾ ਜਾਣਾ ਆ। ਵੀ ਪਾਕਿਸਤਾਨ ਬਣਨ ਲਈ ਜਿਹੜੇ ਕੱਟੜ ਮਲਾਣੇ ਸਾਰੇ ਵਿਰੋਧ ਵਿੱਚ ਸੀ। ਜਿਹੜਾ ਮਦੂਦੀ ਸੀਗਾ, ਇਹਨਾਂ ਨੂੰ ਮਲਾਨਾ ਮਦੂਦੀ ਜਿਹੜਾ ਹੈਦਰਾਬਾਦ ਤੋਂ ਸੀਗਾ, ਉਹ ਕਹਿੰਦਾ ਸੀ ਪਾਕਿਸਤਾਨ ਬਣਨਾ ਨਹੀਂ ਚਾਹੀਦਾ। ਉਹ ਜਿਨ੍ਹਾਂ ਨੂੰ ਮੁਸਲਮਾਨ ਆਪਣੀ ਸਮਝਦਾ ਸੀ, ਜਿਹੜੀ ਉਹਨਾਂ ਨੇ ਸਾਰੇ ਮੁਸਲਮਾਨਾਂ ਦੀ ਸੱਦੀ ਸੀ ਵੀ ਅਸੀਂ ਪਾਕਿਸਤਾਨ ਬਣਨ ਦਾ ਵਿਰੋਧ ਕਰਦੇ ਹਾਂ। ਜਦੋਂ ਇੱਥੋਂ ਤੱਕ ਵਿਰੋਧ ਸੀ ਮੁਸਲਮਾਨਾਂ ਦੇ ਵਿੱਚ ਵੀ ਪਾਕਿਸਤਾਨ ਦੀ ਜਿਹੜਾ ਵਿਊ ਕਿੱਦਾਂ ਕ੍ਰੀਏਟ ਕੀਤੇ ਗਏ, ਬਹੁਤ ਸਾਰੀਆਂ ਗੱਲਾਂ ਪਰਦੇ ਪਿੱਛੇ ਪਹਿਲਾਂ ਤੈਅ ਹੁੰਦੀਆਂ। ਉਹਨੂੰ ਫੀਲਡ ਵਿੱਚ ਕਿੱਦਾਂ ਲਿਆਉਣਾ, ਲੋਕਾਂ 'ਚ ਕਿੱਦਾਂ ਲਿਆਉਣਾ, ਉਹਦੇ ਵੱਖਰੇ ਢੰਗ ਆ। ਉਹਨੂੰ ਧਰਮ ਦੇ ਨਾਂ ਤੇ ਭੜਕਾਉਣਾ, ਇਲਾਕੇ ਦੇ ਨਾਂ ਤੇ ਭੜਕਾਉਣਾ ਜਾਂ ਕਿਸ ਤਰ੍ਹਾਂ ਭੜਕਾਉਣਾ, ਉਹ ਵੱਖਰੀਆਂ ਗੱਲਾਂ। ਜੇ ਕੋਈ ਪ੍ਰੋਪਰ ਡੰਡਾ ਹੈ ਨਹੀਂਗਾ ਮਗਰ ਲੋਕਾਂ ਦੇ ਜਾਂ ਦੇਸ਼ਾਂ ਦੇ, ਤਾਂ ਉਹ ਦੇਸ਼ ਦੇਸ਼ ਵੀ ਇੱਕ ਦੂਜੇ ਨੂੰ ਲੁੱਟਦੇ ਨੇ, ਕਮਿਊਨਿਟੀਜ਼ ਵੀ ਇੱਕ ਦੂਜੇ ਨੂੰ ਲੁੱਟਦੀਆਂ ਨੇ, ਮਾਰ ਧਾੜ ਹੁੰਦੀ ਆ, ਔਰਤਾਂ ਦੇ ਰੇਪ ਹੁੰਦੇ ਨੇ, ਕਤਲੋਗਾਰਤ ਹੁੰਦੀ। ਵੀ ਲੜਾਈ ਟਲ ਨਹੀਂ ਸਕਦੀ, ਇਹ ਡਿਲੇ ਹੋ ਸਕਦੀ ਆ, ਸਾਲ ਹੋ ਸਕਦੀ ਆ। ਜਿੱਥੋਂ ਤੱਕ ਮੈਂ ਅੰਦਾਜ਼ਾ ਲਾਇਆ 2024 ਤੱਕ ਸ਼ਾਇਦ ਲੜਾਈ ਦੀ ਸ਼ੁਰੂਆਤ ਹੋ ਜਾਵੇ। ਤੇ ਸਿੱਖਾਂ ਨੂੰ ਬਿਲਕੁਲ ਨਿਊਟਰਲ ਰਹਿਣਾ ਚਾਹੀਦਾ। ਇਹ ਗੱਲ ਬਿਲਕੁਲ ਸਹੀ ਆ ਕਿ ਭਾਰਤੀ ਤੰਤਰ ਅੱਜ ਕੱਲ੍ਹ ਬੜਾ ਤਰ੍ਹਾਂ ਦੇ ਸੋਹਰਾ ਸਵਾਮੀ ਦੇ ਬਿਆਨ ਦੇਖ ਲਓ, ਜਾਂ ਉਹ ਕਿੰਨੇ ਤਰ੍ਹਾਂ ਦੇ ਐਲਾਨ ਕਰ ਰਹੇ ਆ, ਜਾਂ ਆ ਜਿਹੜਾ ਮੋਰਚੇ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਦਾ ਓਵਰਨਾਈਟ, ਇਹਨੂੰ ਆਪਾਂ ਓਵਰਨਾਈਟ ਹੀ ਕਹਿ ਦਿੰਦੇ, ਓਵਰਨਾਈਟ ਨਹੀਂ, ਓਵਰਨਾਈਟ ਹੀ ਆਪਾਂ ਜਿੱਦਾਂ ਕਹਿ ਦਿੰਦੇ ਆ ਵੀ ਬਿੱਲ ਵੀ ਵਾਪਸ ਆ ਗਏ। ਇਹ ਕਿਸੇ ਬਹੁਤ ਵੱਡੇ ਦਬਾਅ ਦੇ ਕਾਰਨ ਆ। ਤੇ ਪਰ ਸਿੱਖਾਂ ਨੂੰ ਮੇਰਾ ਇਹ ਆ ਕਿ ਸਿੱਖਾਂ ਨੂੰ ਆਮ ਆਵਾਮ ਨੂੰ ਲੀਡਰਸ਼ਿਪ ਤਾਂ ਉਹਨਾਂ ਨੇ ਬਹੁਤ ਰੱਖੇ ਆਪਣੇ ਹੇਠਾਂ ਕੀਤੀ ਹੋਈ ਆ। ਆਮ ਆਵਾਮ ਨੂੰ ਅਸੀਂ ਪੂਰੀ ਤਰ੍ਹਾਂ ਜਾਗਰਤ ਕਰੀਏ ਕਿ ਆਉਣ ਵਾਲਾ ਟਾਈਮ ਤੁਹਾਡੇ ਭਵਿੱਖ ਦਾ ਆ। ਜੇ ਤੁਸੀਂ ਇਹ ਹੋਣ ਵਾਲਾ ਟਾਈਮ ਨਹੀਂ ਸਾਂਭ ਸਕੇ ਤੇ ਹੋ ਸਕਦਾ ਅਗਲੇ 100 ਸਾਲ ਹੋਰ ਲੰਘ ਜਾਣ, ਤੇ ਅਗਲੇ 100 ਸਾਲ ਉਡੀਕਣ ਦੀ ਜਦੋਂ ਦੀ ਗੱਲ ਆਊਗੀ ਤੇ ਫੇਰ ਮੇਰੇ ਖਿਆਲ ਵੈਸੇ ਤਾਂ ਮੇਰਾ ਪ੍ਰਮਾਤਮਾ ਦਾ ਭਰੋਸਾ ਵੀ ਸਿੱਖ ਜੇ ਹਿਸਾਬ ਨਾਲ ਇਹ ਪਲਾਨ ਕਰ ਰਹੇ ਆ ਤੇ ਸਿੱਖ ਧਰਮ ਦਾ ਆਹ ਸਰੂਪ ਨਹੀਂ ਇਹਨਾਂ ਨੇ ਰਹਿਣ ਦੇਣਾ। C5 ਚੈਨਲ ਤੋਂ ਤੁਹਾਡਾ ਆਪਣਾ ਇੰਦਰਪਾਲ ਸਿੰਘ ਖਾਲਿਸਤਾਨੀ ਆਪ ਸਾਰਿਆਂ ਲਈ ਫੇਰ ਸਰਦਾਰ ਇੰਦਰਜੀਤ ਸਿੰਘ ਜੀ ਨੂੰ ਅਤੇ ਸਰਦਾਰ KS ਚੱਡਾ ਜੀ ਨੂੰ ਲੈ ਕੇ ਹਾਜ਼ਰ ਹੈ। ਯਾਲਟਾ ਸੰਧੀ ਤੇ ਪਿਛਲੀ ਵਾਰ ਅਸੀਂ ਸਾਂਝੀ ਇੱਕ ਮੀਟਿੰਗ ਕੀਤੀ ਸੀ ਸਿਰਫ ਸਰੋਤਿਆਂ ਨੂੰ ਦੱਸਣ ਵਾਸਤੇ। ਅੱਜ ਯਾਲਟਾ ਸੰਧੀ ਤੇ ਜਿਹੜੇ ਸਰੋਤਿਆਂ ਦੇ ਸਵਾਲ ਆਏ ਨੇ ਉਹਨਾਂ ਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਮੈਂ ਥੋੜਾ ਜਿਹਾ ਪਿਛਲੀ ਮੀਟਿੰਗ ਦੇ ਸੰਬੰਧ ਵਿੱਚ ਦੱਸਣ ਤੋਂ ਪਹਿਲਾਂ ਆਪ ਸਾਰੇ ਗੈਸਟਸ ਨੂੰ ਆਪ ਸਾਰਿਆਂ ਨਾਲ ਜੀ ਆਇਆਂ ਕਹਦਾ। ਹਾਂਜੀ, ਸਰਦਾਰ ਇੰਦਰਜੀਤ ਸਿੰਘ ਜੀ ਚੱਡਾ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਵੇਲੇ 3 ਵੱਡੀਆਂ ਜੰਗਾਂ ਹੋਈਆਂ, 3 ਵੱਡੀਆਂ ਜੰਗਾਂ ਵਿੱਚ 3 ਹੀ ਕਾਨਫਰੰਸਾਂ ਹੋਈਆਂ। ਪਹਿਲੀ ਕਾਨਫਰੰਸ ਤਹਿਰਾਨ ਵਿੱਚ 1943 ਚ ਹੋਈ ਸੀ। ਫਿਰ ਉਸ ਤੋਂ ਬਾਅਦ ਯਾਲਟਾ ਸੰਧੀ ਦੀ ਫਰਵਰੀ 1945 ਦੀ 4 ਫਰਵਰੀ ਤੋਂ 11 ਫਰਵਰੀ ਤੱਕ। ਇਸ ਤੋਂ ਬਾਅਦ ਵੀ ਫਿਰ ਇੱਕ ਕਾਨਫਰੰਸ ਹੋਈ ਜਿਹਨੂੰ ਪੋਸਟਡਮ ਕਾਨਫਰੰਸ ਕਹਿੰਦੇ ਆ, ਜੁਲਾਈ 1945 ਚ ਹੋਈ ਸੀ। ਇਹਨਾਂ ਦੇ ਜਿਹੜੇ ਮੁੱਖ ਮੁੱਦੇ ਸੀ ਉਹ ਇਹ ਸੀ ਕਿ ਜਿਹੜਾ ਯੁੱਧ ਤੋਂ ਬਾਅਦ ਅਸ਼ਾਂਤੀ ਦਾ ਮਾਹੌਲ ਫੈਲ ਗਿਆ ਔਰ ਯੂਰਪ ਵਿੱਚ ਜਿੰਨੀ ਵੱਡੀ ਗੜਬੜ ਹੋ ਗਈ ਆ ਉਸ ਨੂੰ ਹੁਣ ਮੁੜ ਤੋਂ ਮੁੜ ਉਸਾਰੀ ਵਾਲੇ ਪਾਸੇ ਲਿਆਂਦਾ ਜਾਏ। ਇੱਕ ਐਸੀ ਚ ਬੜਾ ਸਟੀਕ ਮੁੱਦਾ ਸੀ ਕਿ ਸਾਰਿਆਂ ਨੂੰ ਆਪਣੇ ਅੰਤःਕਰਨ ਦੀ ਆਜ਼ਾਦੀ ਵਿੱਚ ਉਹਨਾਂ ਨੂੰ ਵੋਟਿੰਗ ਦਾ ਅਧਿਕਾਰ ਹੋਏ ਕਿ ਉਹ ਕਿੱਧਰ ਜਾਣਾ ਚਾਹੁੰਦੇ ਨੇ, ਤੇ ਉਹਨਾਂ ਨੂੰ ਆਪਣੀ ਆਤਮਾ ਦੀ ਆਵਾਜ਼ ਦੇ ਆਧਾਰ ਤੇ ਆਪਣੇ ਵਾਸਤੇ ਆਜ਼ਾਦੀ ਚੁਣਨ ਦਾ ਅਧਿਕਾਰ ਦਿੱਤਾ ਜਾਏ। ਇਹ ਇੱਕ ਮੱਦ ਉਸ ਵਿੱਚ ਬਹੁਤ ਵੱਡੀ ਅਤੇ ਪ੍ਰਬਲ ਮੱਦ ਸੀ ਜਿਹੜੀ ਕਿ ਜਿਸ ਨੂੰ ਸਾਰੇ ਏਸ਼ੀਆ ਨੂੰ ਵੀ ਤੇ ਪੂਰੇ ਵਰਲਡ ਨੂੰ ਵੀ ਜਿਹਨੇ ਪ੍ਰਭਾਵਿਤ ਕੀਤਾ। ਬਾਕੀ ਜਿਹੜੀਆਂ ਮੰਗਾਂ ਸੀ, ਮੱਦਾਂ ਸੀ, ਉਸ ਵਿੱਚ ਅਸੀਂ ਪਿਛਲੀ ਵਾਰੀ ਸਾਰੀ ਡਿਸਕਸ਼ਨ ਕਰ ਚੁੱਕੇ ਹਾਂ। ਅੱਜ ਅਸੀਂ ਤੁਹਾਡੇ ਨਾਲ ਸ਼ਾਮਲ ਹੋਏ ਹਾਂ ਤੁਹਾਡੇ ਸਰੋਤਿਆਂ ਦੇ ਪ੍ਰਸ਼ਨ ਲੈ ਕੇ। ਮੈਂ ਸਭ ਤੋਂ ਪਹਿਲਾਂ ਸਰਦਾਰ ਇੰਦਰਜੀਤ ਸਿੰਘ ਜੀ ਵੱਲ ਜਾਂਦਾ। ਸਰੋਤਿਆਂ ਦਾ ਇੱਕ ਬਹੁਤ ਵੱਡਾ ਪ੍ਰਸ਼ਨ ਆਇਆ ਜੀ ਕਿ ਯਾਲਟਾ ਸੰਧੀ ਦਾ ਪੰਜਾਬ ਦੇ ਤੇ ਸਿੱਖਾਂ ਤੇ ਕੀ ਪ੍ਰਭਾਵ ਪੈਣਾ ਤੇ ਉਸ ਵੇਲੇ ਭਾਰਤ ਤੇ ਕੀ ਪ੍ਰਭਾਵ ਪਿਆ ਸੀ।
ਸਭ ਤੋਂ ਵੱਧ ਨੁਕਸਾਨ ਜਿਹੜਾ ਹੈ ਉਹ ਸਿੱਖਾਂ ਦਾ ਹੋਇਆ, ਕਿਉਂਕਿ ਜਿਹੜੀ ਵੰਡ ਹੋਈ ਦੇਸ਼ ਦੀ ਉਹ ਪੰਜਾਬ ਤੇ ਬੰਗਾਲ ਦੀ ਹੋਈ। ਜੀ ਸੋ ਸਿੱਖਾਂ ਦਾ ਉਸ ਦੇ ਵਿੱਚ ਨੁਕਸਾਨ ਇਸ ਕਰਕੇ ਵੱਧ ਹੋਇਆ ਕਿਉਂਕਿ ਜਿਹੜਾ ਸਿੱਖ ਰਾਜ ਸੀ, ਉਸ ਤੋਂ ਪਹਿਲਾਂ ਸਿੱਖਾਂ ਨੇ ਰਾਜ ਕੀਤਾ, ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ ਉਹ ਸਾਰਾ ਉਸ ਪਾਸੇ ਵੱਲ ਸੀ ਜੀ, ਜਿੱਥੋਂ ਸਾਨੂੰ ਮਤਲਬ ਉਜੜਨਾ ਪਿਆ। ਸੋ ਸਿੱਖਾਂ ਦੀ ਜਿਹੜੀ ਸਾਰੀ ਪ੍ਰਾਪਰਟੀ ਸੀ, ਮਾਲਕੀਅਤ ਸੀ, ਉਹਨਾਂ ਦੀ ਰਾਜਾਸ਼ਾਹੀ ਸੀ, ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਸੀ, ਉਹਨਾਂ ਦੇ ਇਵਨ ਵਪਾਰ ਸੀ, ਜਾਂ ਉਹਨਾਂ ਦੇ ਜਿਹੜਾ ਸਿੱਖ ਇੰਟੈਲੈਕਚੁਅਲ ਸੀ ਉਸ ਮੌਕੇ, ਉਹ ਸਾਰਾ ਉਸ ਪਾਸੇ ਸੀ। ਸੋ ਉਸ ਦਾ ਉਜਾੜਾ ਹੋਇਆ, ਉਹ ਲੋਕ ਪੰਜਾਬ ਦੇ ਇਸ ਪਾਸੇ ਨੂੰ ਆਏ, ਰਾਈਟ। ਸੋ ਸਿੱਖਾਂ ਨੂੰ ਇਸ ਜਿਹੜਾ ਬਟਵਾਰਾ ਸੀ ਇਸ ਦਾ ਬਹੁਤ ਨੁਕਸਾਨ ਹੋਇਆ, ਔਰ ਇਹ ਬਟਵਾਰਾ ਜਿਹੜਾ ਸੀ ਉਹ ਯਾਲਟਾ ਸੰਧੀ ਦੇ ਜਿਹੜੇ ਕਾਨੂੰਨਾਂ ਦੇ ਤਹਿਤ ਉਹਨਾਂ ਨੇ ਡਿਵਾਈਡ ਕਰਨਾ ਸੀਗਾ, ਕੋਲਡ ਵਾਰ ਬਾਈਪੋਲਰ ਵਰਲਡ ਬਣਾਇਆ ਗਿਆ ਤੇ ਉਹ ਬਾਈਪੋਲਰ ਵਰਲਡ ਕਰਕੇ ਹੋਇਆ। ਸੋ ਸਿੱਖਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਸਰਦਾਰ ਇੰਦਰਜੀਤ ਸਿੰਘ ਜੀ ਦਾ ਕਹਿਣਾ ਹੈ ਬਿਲਕੁਲ ਸਪਸ਼ਟ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਜਿਸ ਵੇਲੇ ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਜੀ ਨਾਲ, ਉਹ ਨਾਬਾਲਗ ਸੀ, ਇੱਕ ਸੰਧੀ ਕਰਕੇ ਦੇਸ਼ ਨੂੰ ਆਪਣੇ ਚ ਮਿਲਾਇਆ ਨਹੀਂ ਸੀ, ਇੱਕ ਸੰਧੀ ਕਰਕੇ ਰਾਜ ਪ੍ਰਬੰਧ ਉਹਨਾਂ ਨੇ ਨੀਯਤ ਕੀਤਾ ਸੀ ਕਿ ਬਈ ਉਦੋਂ ਤੱਕ ਅਸੀਂ ਰਾਜ ਪ੍ਰਬੰਧ ਕਰਾਂਗੇ ਸਿੱਖ ਰਾਜ ਦਾ। ਸਿੱਖ ਰਾਜ ਦਾ ਮਤਲਬ ਪੰਜਾਬ ਜਿਹੜਾ ਸੀ ਇਹ ਸੁਤੰਤਰ ਦੇਸ਼ ਸੀ। ਸਰਦਾਰ ਇੰਦਰਜੀਤ ਸਿੰਘ ਜੀ ਦਾ ਕਹਿਣਾ ਹੈ ਪੰਜਾਬ ਸੁਤੰਤਰ ਦੇਸ਼ ਹੁੰਦੇ ਹੋਏ ਭਾਰਤ ਤੋਂ ਅੱਡ ਸੀ। ਪੰਜਾਬ ਵਿੱਚ ਬਾਕੀ ਬਹੁਤ ਸਾਰੇ ਖਿੱਤੇ ਸਨ, ਲੱਦਾਖ ਵੀ ਸੀ, ਕਸ਼ਮੀਰ ਵੀ ਸੀ, ਪਖਤੂਨ ਵੀ ਸੀ, ਪੇਸ਼ਾਵਰ ਵੀ ਸੀ। ਇਹ ਸਾਰਾ ਦਾ ਸਾਰਾ ਜਿਹੜਾ ਖਿੱਤਾ ਸੀ, ਇਸ ਖਿੱਤੇ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਸਿੱਖਾਂ ਨੇ ਸਹਿਆ ਕਿਉਂਕਿ ਇਹ ਸਿੱਖਾਂ ਦਾ ਰਾਜ ਕਾਜ ਸੀ, ਸਾਵਰਨ ਸਟੇਟ ਸੀ ਸਿੱਖਾਂ ਦੀ। ਤੇ ਯਾਲਟਾ ਸੰਧੀ ਔਰ ਪੰਜਾਬ ਕਦੇ ਵੀ ਪੰਜਾਬ ਇੱਕ ਦੇਸ਼ ਮੰਨਿਆ ਜਾਂਦਾ ਸੀ, ਪੰਜਾਬ ਕੋਈ ਸੂਬਾ ਨਹੀਂ ਸੀ। ਬਿਲਕੁਲ। ਔਰ ਸਾਡਾ ਜਿਹੜਾ ਭਾਰਤ ਨਾਲੋਂ ਪੰਜਾਬ ਸਟੇਟ, ਜਿਹੜੀ ਪੰਜਾਬ ਦਾ ਜਿਹੜਾ ਦੇਸ਼ ਸੀ, ਪੰਜਾਬ ਦੇਸ਼, ਉਹ ਅਲੱਗ ਸੀ। ਸਾਡਾ ਕਲਚਰ, ਰਹਿਣੀ ਸਹਿਣੀ ਸਭ ਕੁਛ ਉਹਨਾਂ ਨਾਲੋਂ ਅਲੱਗ ਆ। ਜੇ ਤੁਸੀਂ ਅੱਜ ਵੀ ਦੇਖੋਗੇ ਤਾਂ ਸਾਡੇ 'ਚ ਬਹੁਤ ਜ਼ਿਆਦਾ ਕਲਚਰਲ ਡਿਫਰੈਂਸਿਸ ਅੱਜ ਵੀ ਐਗਜ਼ਿਸਟ ਕਰਦੇ ਨੇ। ਜੇ ਸਰਦਾਰ ਇੰਦਰਜੀਤ ਸਿੰਘ ਜੀ ਔਰ ਚੱਡਾ ਸਾਹਿਬ, ਮੈਂ ਇਹ ਕਹਾਂ ਕਿ ਪੰਜਾਬ ਯੂਰਪੀ ਦੇਸ਼ਾਂ ਦੇ ਅੰਡਰ ਆ ਗਿਆ ਸੀ, ਭਾਰਤ ਦੇ ਅੰਡਰ ਨਹੀਂ ਸੀ, ਕਿਉਂਕਿ ਬ੍ਰਿਟਿਸ਼ ਦੇ ਅੰਡਰ ਅੰਗਰੇਜ਼ਾਂ ਨੇ ਪੰਜਾਬ ਨੂੰ ਭਾਰਤ ਦੀਆਂ ਤੇ ਹੋਰ ਸੂਬਿਆਂ ਦੀਆਂ ਫੌਜਾਂ ਨੂੰ ਨਾਲ ਰਲਾ ਕੇ 1849 ਵਿੱਚ ਬ੍ਰਿਟਿਸ਼ ਕਲੋਨੀ ਦੇ ਤੌਰ ਤੇ ਆਪਣੇ ਚ ਰਲਾਇਆ ਸੀ। ਕੀ ਮੈਂ ਗਲਤ ਹੋਵਾਂਗਾ ਜੀ ਕਿ ਸਹੀ ਹੋਵਾਂਗਾ? ਬਿਲਕੁਲ ਠੀਕ ਕਰ ਰਹੇ ਹੋ। ਹਾਂਜੀ, ਜਿਹੜੀ ਸੰਧੀ ਵੀ ਉਹ ਇਸ ਤਰੀਕੇ ਨਾਲ ਲਿਖੀ ਗਈ ਸੀ, ਪਰ ਜਿਹੜੇ ਨੁਕਸਾਨ ਦੀ ਗੱਲ ਆ ਉਹਨੂੰ ਮੈਂ ਥੋੜਾ ਜਿਹਾ ਹੋਰ ਦਰਸ਼ਕਾਂ ਨੂੰ ਦੱਸ ਦੇਵਾਂ। ਇਹ ਨੁਕਸਾਨ ਵੀ ਪਰਦੇ ਪਿੱਛੇ ਵਿਉਂਤਿਆ ਗਿਆ ਸੀ। ਜਦੋਂ ਇਹਦੀ ਬੰਗਾਲ ਦੀ ਤੇ ਪੰਜਾਬ ਦੀ ਵੰਡ ਹੋਣੀ ਸੀ ਤੇ MK ਗਾਂਧੀ ਜਾ ਕੇ ਕਲਕੱਤੇ ਬਹਿ ਗਿਆ ਸੀ ਵੀ ਮੈਂ ਮੁਸਲਮਾਨਾਂ ਦੇ ਤੇ ਹਿੰਦੂਆਂ ਦੇ ਦੰਗੇ ਨਹੀਂ ਹੋਣ ਦੇਣੇ ਜੀ। ਪਰ ਉਹ ਪੰਜਾਬ ਵੱਲ ਉਹਨੇ ਧਿਆਨ ਨਹੀਂ ਦਿੱਤਾ ਤੇ ਪੰਜਾਬ ਜੋ ਕਤਲੋਗਾਰਤ ਹੋਣ ਦਿੱਤੀ ਗਈ। ਔਰ ਇਹ ਸਭ ਨੂੰ ਪਤਾ ਕਿ ਅੰਦਰ ਖਾਤੇ ਪਟੇਲ ਨੇ ਹਥਿਆਰ ਵੰਡੇ ਸੀ ਤੇ ਮਗਰੋਂ ਇਕੱਠੇ ਵੀ ਕੀਤੇ ਗਏ ਜੀ, ਇਹ ਸਭ ਜਾਣਦੇ ਆ। ਤੇ ਇਹ ਜਿਹੜੀ ਪੰਜਾਬ ਦਾ ਜਿਹੜਾ ਮੁਸਲਮਾਨਾਂ ਦਾ ਤੇ ਸਿੱਖਾਂ ਦਾ ਜਿਹੜਾ ਕ੍ਰਾਈਸਿਸ ਸੀਗਾ, ਇਹ ਬਿਲਕੁਲ ਵਿਉਂਤਿਆ ਗਿਆ ਸੀ। ਇਹ ਗੱਲ ਮੈਂ ਤੁਹਾਡੇ ਨਾਲ ਐਡ ਕਰਨੀ ਚਾਹੁੰਦਾ ਕਿਉਂਕਿ ਇਹ ਗੱਲ ਇੰਦਰਜੀਤ ਭਾਜੀ ਕਹਿਣੀ ਭੁੱਲ ਗਏ ਜਾਂ ਕਿੱਦਾਂ, ਪਰ ਇਹ ਪਲਾਨਡ ਸੀਗਾ ਸਾਰਾ ਕੁਝ। ਇੱਕ ਨਵਾਂ ਪੱਖ ਜਿਹੜਾ ਕਿ ਹਿਸਟਰੀ 'ਚ ਸਾਡੇ C5 ਚੈਨਲ ਰਾਹੀਂ ਤੁਹਾਡੇ ਸਾਹਮਣੇ ਆ ਰਿਹਾ, ਉਹ ਆ ਰਿਹਾ ਕਿ ਪੰਜਾਬ ਵਿੱਚ ਜਿਹੜੇ ਫਸਾਦ ਨੀਅਤ ਕੀਤੇ ਗਏ ਸੀ ਉਸ ਪਿੱਛੇ MK ਗਾਂਧੀ ਅਤੇ ਪਟੇਲ ਦੀ ਵਿਉਂਤੀ ਹੋਈ ਸਕੀਮ ਸੀ। ਜੇ ਉਹ ਵਿਉਂਤੀ ਹੋਈ ਸਾਜ਼ਿਸ਼ ਨਾ ਹੁੰਦੀ ਤਾਂ ਪੰਜਾਬ ਵਿੱਚ ਇੰਨੇ ਵੱਡੇ ਪੱਧਰ ਤੇ ਕਤਲੋਗਾਰਤ ਨਹੀਂ ਸੀ ਹੋਣੀ। ਇਹ ਬੜੀ ਹਾਂਜੀ, ਇਹ ਪਟੇਲ ਦੀ ਵੀ ਨਹੀਂ, ਬਹੁਤ ਸਾਰੀਆਂ ਤਾਕਤਾਂ ਇਨਵੋਲਵ ਹੈ ਜੀ ਇਹਦੇ ਵਿੱਚ। ਉਹਨਾਂ ਦੇ ਏਜੰਡੇ ਵਿੱਚ ਹੀ ਇਦਾਂ ਸੀ, ਆਪਾਂ ਇਦਾਂ ਕਹਿ ਸਕਦੇ, ਕਿਉਂਕਿ ਪਰਦੇ ਦੇ ਮੂਹਰੇ ਕੁਛ ਗੱਲਾਂ ਕਰਨੀਆਂ ਥੋੜੀ ਰੈਪ ਅਪ ਕਰਕੇ ਆਪਾਂ ਕਰ ਸਕਦੇ ਹਾਂ। ਪਰ ਇਹ ਗੱਲ ਪੱਕੀ ਆ ਕਿ ਜਿਹੜੇ ਹਥਿਆਰ ਆ ਉਹ ਹੁਣ ਰਾਜਮੋਹਨ ਗਾਂਧੀ ਦੀ ਕਿਤਾਬ ਆ ਉਹਦੇ ਵਿੱਚ ਵੀ ਇਹ ਸਾਫ਼ ਲਿਖਿਆ ਹੋਇਆ ਵੀ ਹਥਿਆਰ ਵੰਡੇ ਗਏ। ਤੇ ਬਾਅਦ ਦੇ ਵਿੱਚ ਇਹ ਆਪਣੇ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਜਾਂ ਹੋਰ ਉਹਨਾਂ ਦੀਆਂ ਲਿਖਤਾਂ ਪੜ੍ਹੋ, ਬਾਅਦ ਦੇ ਵਿੱਚ ਹਥਿਆਰ ਇਕੱਠੇ ਵੀ ਕੈਰੋਂ ਨੇ ਇੱਕ ਪਲਾਨ ਕੱਢਿਆ ਸੀ ਵੀ ਤੁਸੀਂ ਆਪਣੇ ਹਥਿਆਰ ਜਮ੍ਹਾਂ ਕਰਾ ਦਿਓ, ਤੁਹਾਨੂੰ ਲਾਇਸੈਂਸ ਦੇ ਦਿਆਂਗੇ। ਉਹਦੇ ਲੋਕਾਂ ਹਥਿਆਰ ਆਪਣੇ ਵਾਪਸ ਦੇ ਦਿੱਤੇ ਸੀ
ਤੇ ਉਹ ਲਾਇਸੈਂਸ ਲੈਣ ਲਈ, ਪਰ ਉਹ ਲਾਇਸੈਂਸ ਦਿੱਤੇ ਨਹੀਂ ਉਹਨਾਂ ਦੇ। ਉਹ ਇੱਕ ਹਥਿਆਰ ਦੁਆਰਾ ਇਕੱਠੇ ਕਰਨ ਦਾ ਇੱਕ ਪਲਾਨ ਸੀ। ਇਹ ਇੱਕ ਸਬੂਤ ਹੈਗਾ। ਹਾਂਜੀ ਜੀ, ਇੱਥੇ ਇੱਕ ਕੁਐਸਚਨ ਹੈਗਾ, ਜਦੋਂ ਤੁਸੀਂ ਜੋ ਕੁਛ ਚੱਠਾ ਭਾਜੀ ਨੇ ਵੀ ਗੱਲ ਕੀਤੀ ਆ, ਜਦੋਂ ਇਸ ਨੂੰ ਆਪਾਂ ਜਾਲਟਾ ਸੰਧੀ ਦੇ ਸੰਬੰਧ ਦੇ ਵਿੱਚ ਦੇਖਾਂਗੇ, ਫਿਰ ਸ਼ਾਇਦ ਉੱਥੇ ਇਹ ਗੱਲਾਂ ਉਸ ਵਕਤ ਨਹੀਂ ਸੀ ਹੈਗੀਆਂ ਕਿ ਏਦਾਂ ਦੇ ਦੰਗੇ ਕਰਾਏ ਜਾਣਗੇ। ਪਰ ਮੇਰੇ ਖਿਆਲ ਦੇ ਵਿੱਚ ਇੰਡੀਅਨ ਸਟੇਟ ਦੇ ਅੰਦਰ ਜਿਹੜੀਆਂ ਧਿਰਾਂ ਬੈਠੀਆਂ ਸੀ, ਜਿਹੜੀਆਂ ਕਿ ਸਿੱਖਾਂ ਨੂੰ ਬੇਸਿਕਲੀ ਸਪਾਇਲ ਕਰਨਾ ਚਾਹੁੰਦੀਆਂ ਸੀ ਜਾਂ ਸਿੱਖ ਸਪਿਰਿਟ ਨੂੰ ਖਤਮ ਕਰਨਾ ਚਾਹੁੰਦੀਆਂ ਸੀ, ਇਹ ਉਹਨਾਂ ਦੀ ਪਲੈਨਿੰਗ ਜ਼ਿਆਦਾ ਲੱਗਦੀ ਆ। ਕਿਉਂਕਿ ਮੈਂ ਜੇ ਆਪਾਂ ਅੱਗੇ ਚੱਲਾਂਗੇ ਫਿਰ ਇਸ ਚੀਜ਼ ਨੂੰ ਆਪਾਂ ਹੋਰ ਐਕਸਪਲੋਰ ਕਰਾਂਗੇ। ਹਾਂਜੀ, ਮੈਂ ਇੱਕ ਗੱਲ ਹੋਰ ਐਡ ਕਰ ਦੇਣੀ ਚਾਹੁੰਦਾ ਜੀ ਕਿ ਜਦੋਂ ਪਾਰਟੀਸ਼ਨ ਦੀ ਗੱਲ ਹੁੰਦੀ ਸੀ ਤੇ ਪਟੇਲ ਦਾ ਇੱਕ ਬਿਆਨ ਸੀ ਕਿ ਪੰਜਾਬ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦੇ। ਜੀ, ਉਹ ਸੁਬਰਾਮਨਿਅਮ ਸਵਾਮੀ ਨੇ ਵੀ ਕਹਿਤੀ ਇਹ ਗੱਲ ਕਈ ਵਾਰ। ਉਹ ਤਾਂ ਹੁਣ ਸੁਬਰਾਮਨਿਅਮ ਹੁਣ ਕਹਿੰਦਾ ਨਾ ਭਾਜੀ, ਉਦੋਂ ਸਰਵਾਈਵ ਦਾ ਮਤਲਬ ਇਹ ਵੀ ਸੀ, ਇੱਕ ਫੌਜੀ ਦੀ ਫੌਜ ਪੱਖੋਂ ਸੀ, ਇੱਕ ਸੀਗਾ ਭਾਜੀ ਇੱਕ ਖਾਣੇ ਫੂਡ ਪੱਖੋਂ। ਹਾਂ, ਫੂਡ ਪੱਖੋਂ ਸੀ। ਹਾਂ, ਇਹ ਮਤਲਬ ਇਹ ਗੱਲ ਜਿਹੜੀ ਤੁਸੀਂ ਜਾਲਟਾ ਸੰਧੀ ਦੀ ਗੱਲ ਕਰਦੇ ਆ, ਜਾਲਟਾ ਸੰਧੀ ਦੇ ਵਿੱਚ ਮੇਨ ਗੱਲਾਂ ਹੀ ਤੈਅ ਕੀਤੀਆਂ ਜਾਂਦੀਆਂ। ਭਾਰਤ ਪਾਕਿਸਤਾਨ ਵੰਡਿਆ ਜਾਊਗਾ ਤੇ ਜਾਂ ਮਲੇਸ਼ੀਆ ਵੰਡ ਦਿੱਤਾ ਜਾਂ ਕੋਰੀਆ ਵੰਡ ਦਿੱਤਾ, ਜਾਂ ਕਿਹੜਾ ਦੇਸ਼ ਕਿਹੜੇ ਥੱਲੇ ਪ੍ਰਭਾਵ ਥੱਲੇ ਜ਼ਿਆਦਾ ਜਾਣਾ ਆ, ਉਹ ਜਿੱਦਾਂ ਉਹ ਇਹ ਬੇਸਿਕ ਗੱਲਾਂ ਤੈਅ ਕੀਤੀਆਂ ਜਾਂਦੀਆਂ। ਉਸ ਤੋਂ ਬਾਅਦ ਜੋ ਪੜਦੇ ਮੂਹਰੇ ਲਿਆਂਦੀਆਂ ਜਾਂਦੀਆਂ ਗੱਲਾਂ ਉਹ ਹੋਰ ਤਰ੍ਹਾਂ ਹੁੰਦੀਆਂ। ਹੁਣ ਤੁਸੀਂ ਇੱਕ ਆਪਣੇ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਇੱਕ ਗੱਲ ਕਹੀ ਸੀ ਕਿ ਵੋਟ ਦਾ ਅਧਿਕਾਰ, ਮਤਲਬ ਚੁਣਨ ਦਾ ਅਧਿਕਾਰ ਦਿੱਤਾ ਜਾਊਗਾ ਵੀ ਹਰੇਕ ਦੀ ਮਰਜ਼ੀ ਆ ਕਿੱਧਰ ਜਾਣਾ ਚਾਹੋ। ਇਹ ਇੱਕ ਪੜਦੇ ਦੇ ਮੋਹਰ ਦੀ ਗੱਲ ਆ। ਪਰ ਪੜਦੇ ਪਿੱਛੇ ਜੇ ਤੁਸੀਂ ਦੇਖਦੇ ਆ ਵੀ ਪਾਕਿਸਤਾਨ ਬਣਨ ਲਈ ਜਿਹੜੇ ਕੱਟੜ ਮਲਾਣੇ ਸਾਰੇ ਵਿਰੋਧ ਵਿੱਚ ਸੀ। ਜਿਹੜਾ ਮਦੂਦੀ ਸੀਗਾ, ਇਹਨਾਂ ਨੂੰ ਮਲਾਨਾ ਮਦੂਦੀ ਜਿਹੜਾ ਹੈਦਰਾਬਾਦ ਤੋਂ ਸੀਗਾ, ਉਹ ਕਹਿੰਦਾ ਸੀ ਪਾਕਿਸਤਾਨ ਬਣਨਾ ਨਹੀਂ ਚਾਹੀਦਾ। ਉਹ ਜਿਨ੍ਹਾਂ ਨੂੰ ਮੁਸਲਮਾਨ ਵੀ ਨਹੀਂ ਸਮਝਦਾ ਸੀ। ਤੇ ਉਹ 1956 ਦੇ ਵਿੱਚ ਗਿਆ ਪਾਕਿਸਤਾਨ, ਜਦੋਂ ਇਹ ਪਾਕਿਸਤਾਨ ਨੇ ਰਿਪਬਲਿਕ ਆਫ ਪਾਕਿਸਤਾਨ ਡਿਕਲੇਅਰ ਕੀਤਾ। ਫਿਰ 1942 ਦੇ ਵਿੱਚ ਆਲ ਇੰਡੀਆ ਕਾਨਫਰੰਸ, ਆਲ ਇੰਡੀਆ ਮੁਸਲਿਮ ਮੂਵਮੈਂਟ ਕਾਨਫਰੰਸ ਨਾਂ ਸੀ ਉਹਦਾ, ਜਿਹੜੀ ਉਹਨਾਂ ਨੇ ਸਾਰੇ ਮੁਸਲਮਾਨਾਂ ਦੀ ਸੱਦੀ ਸੀ ਵੀ ਅਸੀਂ ਪਾਕਿਸਤਾਨ ਬਣਨ ਦਾ ਵਿਰੋਧ ਕਰਦੇ ਹਾਂ। ਜਦੋਂ ਇੱਥੋਂ ਤੱਕ ਵਿਰੋਧ ਸੀ ਮੁਸਲਮਾਨਾਂ ਦੇ ਵਿੱਚ, ਵੀ ਪਾਕਿਸਤਾਨ ਦੀ ਜਿਹੜਾ ਵਿਊ ਕਿੱਦਾਂ ਕ੍ਰੀਏਟ ਕੀਤੇ ਗਏ, ਇਹ ਜਿਹੜੀਆਂ ਗੱਲਾਂ ਵਿਊ ਕ੍ਰੀਏਟ ਕਰਨੇ ਜਾਂ ਉਹ ਲੋਕਾਂ ਨੂੰ ਉਧਰ ਦੌੜ ਲਾਉਣਾ ਆਪਣੇ ਸਾਧਨਾਂ ਲਈ, ਇਹ ਪਰਦੇ ਦੇ ਮੋਹਰ ਦੀਆਂ ਗੱਲਾਂ ਆ। ਪਰਦੇ ਪਿੱਛੇ ਪਹਿਲਾਂ ਗੱਲਾਂ ਤੈਅ ਕਰ ਲਈਆਂ ਜਾਂਦੀਆਂ। ਆਪਣਾ ਮੇਨ ਪੁਆਇੰਟ ਗੱਲਾਂ ਦਰਸ਼ਕਾਂ ਨੂੰ ਦੱਸਣ ਲਈ ਇਹ ਆ ਕਿ ਬਹੁਤ ਸਾਰੀਆਂ ਗੱਲਾਂ ਪਰਦੇ ਪਿੱਛੇ ਪਹਿਲਾਂ ਤੈਅ ਹੁੰਦੀਆਂ। ਉਹਨੂੰ ਫੀਲਡ ਵਿੱਚ ਕਿੱਦਾਂ ਲਿਆਉਣਾ, ਲੋਕਾਂ 'ਚ ਕਿੱਦਾਂ ਲਿਆਉਣਾ, ਉਹਦੇ ਵੱਖਰੇ ਢੰਗ ਆ। ਉਹਨੂੰ ਧਰਮ ਦੇ ਨਾਂ ਤੇ ਭੜਕਾਉਣਾ, ਇਲਾਕੇ ਦੇ ਨਾਂ ਤੇ ਭੜਕਾਉਣਾ ਜਾਂ ਕਿਸ ਤਰ੍ਹਾਂ ਭੜਕਾਉਣਾ, ਉਹ ਵੱਖਰੀਆਂ ਗੱਲਾਂ। ਚੱਡਾ ਸਾਹਿਬ, ਮੈਂ ਇਸੇ ਦੇ ਨਾਲ ਹੀ ਤੁਹਾਡੇ ਨਾਲ ਫਿਰ ਮੁਖਾਤਬ ਹਾਂ ਕਿ ਪੜਦੇ ਪਿੱਛੇ ਕੋਈ 60 ਕੁ ਦੇਸ਼ ਜਾਂ 58 ਕੁ ਦੇਸ਼ ਆਜ਼ਾਦ ਹੋਏ, ਕਲੋਨੀਆਂ ਆਜ਼ਾਦ ਹੋਈਆਂ, ਜਾਂ ਜਿੱਥੇ ਕੋਈ ਆਜ਼ਾਦੀ ਦੀ ਮੂਵਮੈਂਟ ਨਹੀਂ ਵੀ ਸੀ ਉਹ ਵੀ ਕਈ ਦੇਸ਼ ਆਜ਼ਾਦ ਹੋ ਗਏ, ਆਜ਼ਾਦ ਦੇਸ਼ ਬਣ ਗਏ। ਉਹ ਵੀ ਕੀ ਪੜਦੇ ਪਿਛਲੀਆਂ ਕਹਾਣੀਆਂ ਸੀ ਜਾਂ ਤੈਅਸ਼ੁਦਾ ਸੀ ਸਾਰਾ ਕੁਝ? ਹਾਂਜੀ, 98% ਕਿਤੇ ਵੀ ਆਜ਼ਾਦੀ ਦੀ ਕੋਈ ਲਹਿਰ ਨਹੀਂ ਸੀ। ਇਹ ਤੁਹਾਨੂੰ ਮੈਂ ਯਾਦ ਕਰਾ ਦੇਵਾਂ, ਇੱਕ ਭਾਰਤ ਵਿੱਚ ਉਹ ਵੱਖਰੀ ਸਟੋਰੀ ਆ, ਤੇ ਦੂਸਰੀ ਕੀਨੀਆ ਦੇ ਵਿੱਚ ਸ਼ੁਰੂ ਕਰਨ ਵਾਲਾ ਕੌਣ ਸੀ? ਆਪਣਾ ਸਰਦਾਰ ਮੱਖਣ ਸਿੰਘ ਜੀ। ਤੇ ਹੋਰ ਸਿੱਖ ਵੀ ਭੁੱਲ ਗਏ ਨੇ। ਹਾਂਜੀ, ਤੇ ਸਰਦਾਰ ਮੱਖਣ ਸਿੰਘ। ਤੇ ਹੋਰ ਕਿਤੇ ਤੁਸੀਂ ਦੇਖ ਲਓ, ਕਿਤੇ ਵੀ ਕੋਈ ਆਜ਼ਾਦੀ ਦੀ ਕੋਈ ਮੰਗ ਹੀ ਨਹੀਂ ਸੀ। ਇਹ ਹੁਣ ਮੈਂ ਲੱਭਦਾ ਸੀ ਐਕਚੁਅਲੀ, ਮੈਂ ਇਸੇ ਗੱਲ ਤੇ ਵਰਕ ਕਰ ਰਿਹਾ ਸੀ ਵੀ ਉਹ ਮੈਨੂੰ ਅਮਰੀਕਨ ਸਿਧਾਂਤ ਦਾ ਨਾਂ ਭੁੱਲ ਗਿਆ। ਉਹ ਮੈਂ ਕੋਸ਼ਿਸ਼ ਕੀਤੀ, ਲੱਭਿਆ, ਮੈਨੂੰ ਮੁੰਬਈ ਦੇ ਟਾਈਮ ਲੱਭਿਆ ਨਹੀਂ। ਅਮਰੀਕਨ ਸਿਧਾਂਤ ਸੀ ਵੀ ਸਾਰਿਆਂ ਨੂੰ ਆਜ਼ਾਦ ਕਰ ਦਿੱਤਾ ਜਾਵੇ, ਕਲੋਨੀਆਂ ਆਜ਼ਾਦ ਹੋਣੀਆਂ, ਪਰ ਉਹਨੂੰ ਨਵੇਂ ਤਰੀਕੇ ਕਿਹਦੇ ਪ੍ਰਭਾਵ ਥੱਲੇ ਜਾਣਾ। ਹੁਣ ਵੀ ਤੁਸੀਂ ਅਫਰੀਕਾ ਦੇ ਵਿੱਚ ਦੇਖੋ, ਕੁਛ ਕਲੋਨੀਆਂ ਹੈਗੀਆਂ ਫਰਾਂਸ ਦੇ ਪ੍ਰਭਾਵ ਥੱਲੇ, ਉੱਥੇ ਫਰੈਂਚ ਹੀ ਆ, ਲੈਂਗੁਏਜ ਵੀ ਫਰੈਂਚ ਹੀ ਆ, ਉਹ ਫਰੈਂਚ ਨਾਲ ਹੀ ਜੁੜੇ ਹੋਏ ਆ। ਜਿਹੜੀਆਂ ਬ੍ਰਿਟਿਸ਼ ਦੀਆਂ ਕਲੋਨੀਆਂ ਬ੍ਰਿਟਿਸ਼ ਨਾਲ ਹੀ ਜੁੜੇ ਹੋਏ ਆ। ਹੁਣ ਆਪਣੇ ਕੁਛ ਦੇਸ਼ ਜਿਹੜੇ ਵੰਡ ਦੇਣੇ ਸੀ, ਜਿੱਦਾਂ ਲਾ ਲਓ ਵੀ ਆਪਣਾ ਪਾਕਿਸਤਾਨ ਤੇ ਭਾਰਤ, ਤੇ ਜਿੱਥੇ ਹਿੱਸੇਦਾਰੀ ਤੈਅ ਕਰਨੀ ਸੀ, ਜਿੱਦਾਂ ਉਹਨਾਂ ਨੇ ਮਲੇਸ਼ੀਆ ਦੇ ਵਿੱਚੋਂ ਆਪਣਾ ਟਾਪੂ ਸਿੰਗਾਪੁਰ ਕਰ ਲਿਆ, ਉਹਨੂੰ ਵੱਖਰੇ ਤੌਰ ਤੇ ਬੈਂਕਿੰਗ ਤੌਰ ਤੇ ਡਿਵੈਲਪ ਕਰ ਲਿਆ, ਇਸ ਤਰ੍ਹਾਂ ਦੀਆਂ ਗੱਲਾਂ। ਫਿਰ ਅਰਬ ਵੀ ਉਸੇ ਦੌਰਾਨ ਓਟਮੈਨ ਅੰਪਾਇਰ ਖਤਮ ਕਰਕੇ ਉਹਨੂੰ ਕਿੱਦਾਂ ਕੱਟਿਆ ਗਿਆ, ਹੈਨਾ, ਵਿੱਚੋਂ ਇਰਾਕ ਇੱਕ ਨਵਾਂ ਦੇਸ਼ ਪੈਦਾ ਕੀਤਾ ਗਿਆ। ਤੇ ਹਾਂਜੀ ਇੰਦਰਜੀਤ ਜੀ, ਮੰਨਦਾ ਤੁਹਾਡੇ ਵੱਲ ਗੱਲ ਕੰਪਲੀਟ ਕਰਨਾ ਜੀ। ਚੱਡਾ ਸਿੰਘ,
ਆਪ ਕੰਪਲੀਟ ਹਾਂਜੀ ਕਰੋ ਚੱਡਾ ਸਾਹਿਬ। ਉਹਨਾਂ ਨੂੰ ਗੱਲ ਕਰਨ ਦਿਓ ਇੰਦਰਜੀਤ ਭਾਜੀ, ਤੁਸੀਂ ਕਰੋ ਗੱਲ। ਹਾਂਜੀ ਅਸਲ ਦੇ ਵਿੱਚ ਮੈਨੂੰ ਲੱਗਦਾ ਆਪਾਂ ਬੇਸ ਤੋਂ ਥੋੜਾ ਜਿਹਾ ਫੇਰ ਸਾਈਡ ਤੇ ਚਲੇ ਗਏ। ਜਿਹੜੀ ਯਾਲਟਾ ਸੰਧੀ ਆ ਉਹ ਕਈ ਸੰਧੀਆਂ ਦਾ ਤੋਂ ਨਿਕਲਿਆ ਹੋਇਆ ਸਿਧਾਂਤ ਸੀ ਜੀ। ਅਸਲ ਦੇ ਵਿੱਚ ਇੱਕ ਅਟਲਾਂਟਿਕ ਕਾਨਫਰੰਸ ਹੋਈ ਸੀ 1941 ਵਿੱਚ ਅਮਰੀਕਾ ਵਿੱਚ ਜੀ। ਇਹ ਕਾਨਫਰੰਸ ਜਿਹੜੀ ਸੀ ਉਹ ਹੋਈ ਸੀ ਬ੍ਰਿਟਿਸ਼ ਤੇ ਅਮਰੀਕਾ ਦੇ ਵਿਚਕਾਰ। ਅਮਰੀਕਾ ਵੱਲੋਂ ਫਿਰ FDR ਸੀਗੇ ਉਹਦੇ ਵਿੱਚ ਤੇ ਇੰਗਲੈਂਡ ਵੱਲੋਂ ਚਰਚਲ ਸੀਗੇ। ਉਹਦੇ ਵਿੱਚ ਕੁਝ ਬੇਸਿਕ ਚੀਜ਼ਾਂ ਬਾਰੇ ਡਿਸਕਸ ਕੀਤੀ ਗਈ ਸੀ ਕਿ ਆਪਾਂ ਫਿਊਚਰ ਦੇ ਵਿੱਚ ਕੀ ਕਰਨਾ, ਜਿਹੜੀਆਂ ਤੁਹਾਡੀਆਂ ਕਲੋਨੀਜ਼ ਨੇ ਇਹਨਾਂ ਨੂੰ ਡ੍ਰੌਪ ਆਊਟ ਕਰਕੇ ਇਹਨਾਂ ਨੂੰ ਪ੍ਰੋਪਰ ਆਜ਼ਾਦੀ ਦੇਣੀ। ਜਿਹੜੀ ਆਜ਼ਾਦੀ ਬਾਅਦ ਚ ਮਿਲੀ ਉਹ ਨਹੀਂ, ਜਿਹੜੀ ਆਜ਼ਾਦੀ ਅਮਰੀਕਨ ਸਿਸਟਮ ਦੇ ਮੁਤਾਬਕ ਇੱਕ ਰਿਪਬਲਿਕ ਸਟੇਟ ਜਿਹੜੀ ਆ ਪੈਦਾ ਕਰਨੀ ਆ, ਵੀ ਸਾਰੀਆਂ ਨੂੰ ਇੱਕ ਰਿਪਬਲਿਕਨ ਸਟੇਟਾਂ ਬਣਾ ਦਿੱਤੀਆਂ ਜਾਣ। ਇਹ FDR ਦਾ ਪ੍ਰੋਜੈਕਟ ਸੀ। FDR ਇਹ ਚਾਹੁੰਦਾ ਸੀ ਔਰ ਵਿੰਸਟਨ ਚਰਚਿਲ ਉਹਦੀ ਸਪੋਰਟ ਕਰ ਰਿਹਾ ਸੀ। ਇਹ ਜਿਹੜੀ ਅਟਲਾਂਟਿਕ ਚਾਰਟਰ ਇਹਨੂੰ ਕਿਹਾ ਜਾਂਦਾ, ਇਸ ਦੇ ਬੇਸ ਦੇ ਉੱਤੇ ਅੱਗੇ ਯਾਲਟਾ ਜਿਹੜੀ ਆ ਉਹ ਕਾਨਫਰੰਸ ਹੁੰਦੀ ਆ। ਸੋ ਜਿਹੜੀ VOTING ਦਾ ਅਧਿਕਾਰ ਦੀ ਗੱਲ ਹੈਗੀ ਆ, ਤੁਸੀਂ ਗੱਲ ਕੀਤੀ ਆ, ਇਹ ਸੀਗੀ ਵੀ ਉੱਥੋਂ ਦੇ ਜਿਹੜੇ ਲੋਕ ਨੇ, ਜਿਹੜੀਆਂ ਵੀ ਦੇਸ਼ ਨਵੇਂ ਬਣ ਰਹੇ ਸੀ, ਕਲੋਨੀਆਂ ਆਜ਼ਾਦ ਕੀਤੀਆਂ ਜਾ ਰਹੀਆਂ ਸੀ, ਉੱਥੋਂ ਦੇ ਲੋਕਾਂ ਨੂੰ ਇੱਕ ਪ੍ਰੋਪਰ ਡੈਮੋਕ੍ਰੇਸੀ, ਇੱਕ ਪ੍ਰੋਪਰ ਰਿਪਬਲਿਕ ਦੇ ਕੇ ਉਹ ਆਪਣੇ ਨਿਜ਼ਾਮ ਦਾ ਖੁਦ ਆਪ ਚਲਾਉਣ, ਮਤਲਬ ਉਹ ਆਪ ਰਿਸਪੌਂਸਿਬਿਲਟੀ ਲੈਣ। ਇਹ ਮਕਸਦ ਸੀਗਾ ਅਸਲ। ਇੰਦਰਜੀਤ ਸਿੰਘ ਜੀ, ਨਾਲ ਅਟਲਾਂਟਿਕ ਸੰਧੀ ਜਿਸ ਵੇਲੇ ਹੋਈ, ਜਾਂ ਉਹਨੂੰ ਕਾਨਫਰੰਸ ਕਹੋ ਤੁਸੀਂ, ਮੁਲਾਕਾਤ ਹੋਈ ਜਿਸ ਵੇਲੇ, ਉਹਦੇ ਵਿੱਚ ਸਵੈ ਨਿਰਣੇ ਦੇ ਅਧਿਕਾਰ ਤੇ ਵੀ ਗੱਲਬਾਤ ਹੋਈ ਸੀ। ਹਾਂਜੀ, ਸਾਰੀਆਂ ਕੌਮੀਅਤਾਂ ਨੂੰ ਆਪਣੇ ਸਵੈ ਨਿਰਣੇ ਕਰਨ ਦਾ, ਆਪਣੀ ਸੋਵਰਨਿਟੀ ਲਈ ਸਵੈ ਨਿਰਣੇ ਕਰਨ ਦਾ ਅਧਿਕਾਰ ਦਿੱਤਾ ਜਾਏ। ਉਹ ਵੀ ਐਸੇ ਲੜੀ ਵਿੱਚੋਂ ਇੱਕ ਉਪਜਿਆ ਹੋਇਆ ਸਿਧਾਂਤ ਸਿਧਾਂਤ ਸੀਗਾ। ਹਾਂਜੀ, ਮੇਰਾ ਹੁਣ ਇੱਕ ਸਾਂਝਾ ਸਵਾਲ ਹੈਗਾ ਕਿ ਇਹਦੇ ਵਿੱਚੋਂ UN ਨੂੰ ਵੀ ਨਿਕਲੀ। ਹਾਂਜੀ, ਜਿਵੇਂ ਕੋਲਡ ਵਾਰ ਨਿਕਲੀ ਉਵੇਂ ਹੀ UN ਨੂੰ ਵੀ ਨਿਕਲੀ। UN ਦਾ ਕੀ ਰੋਲ ਇਹਨਾਂ ਨੇ ਨਿਯਤ ਕੀਤਾ ਕਿ UN ਸਿਰਫ 3 ਬਿਗ ਮੁਲਕਾਂ ਦੇ ਹਿਸਾਬ ਨਾਲ ਹੀ ਚੱਲਣੀ ਸੀ, ਜਾਂ ਕਿਤੇ ਗਰੀਬ ਮੁਲਕਾਂ ਜਾਂ ਗੁਲਾਮ ਮੁਲਕਾਂ ਦਾ ਵੀ ਉਹਦੇ ਵਿੱਚ ਕੋਈ ਰੋਲ ਸੀ? UNO ਜਿਹੜੀ ਆ ਅਸਲ ਦੇ ਵਿੱਚ ਇਹ ਵੀ ਅਮਰੀਕਾ ਦਾ ਪ੍ਰੋਜੈਕਟ ਸੀ। ਆਪਣੇ FDR, ਜਿਹਨਾਂ ਨੂੰ ਸ਼ਾਰਟ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਆਪਣੇ ਫਰੈਂਕਲਿਨ ਰੋਜ਼ਵੈਲਟ, ਜਿਹੜੇ ਕਿ ਪ੍ਰਧਾਨ ਸੀ ਉਸ ਸਮੇਂ ਅਮਰੀਕਾ ਦੇ, ਉਹਨਾਂ ਨੂੰ ਸ਼ਾਰਟਲੀ ਆਪਾਂ FDR ਕਹਿ ਦਿੰਦੇ ਹਾਂ। ਇਹ ਉਹਨਾਂ ਦਾ ਕੰਸੈਪਟ ਸੀਗਾ। ਇਸ ਨੂੰ ਪਹਿਲਾਂ ਅਟਲਾਂਟਿਕ ਕਾਨਫਰੰਸ ਦੇ ਵਿੱਚ ਹੀ ਵਿਚਾਰਿਆ ਗਿਆ ਸੀਗਾ ਕਿ ਇੱਕ ਪੂਰੇ ਇੱਕ ਸੰਸਥਾ ਬਣਾਈ ਜਾਵੇ ਜਿਹਦੇ ਵਿੱਚ ਮਤਲਬ ਜਿਹੜਾ ਪੀਸ ਬੇਸਿਕਲੀ ਫਾਰਮੈਟ ਉਹਦੇ ਵਿੱਚ ਲਿਆਂਦਾ ਜਾਵੇ, ਤਾਂ ਕਿ ਦੁਨੀਆ ਦੇ ਵਿੱਚ ਕੋਈ ਲੜਾਈਆਂ ਨਾ ਹੋਣ, ਦੁਨੀਆ ਨੂੰ ਪ੍ਰੋਪਰ ਵੇ ਦੇ ਨਾਲ ਚਲਾਇਆ ਜਾਵੇ। ਦੇਖੋ, ਜਦੋਂ ਜੇ ਆਪਾਂ ਇਤਿਹਾਸ ਨੂੰ ਦੇਖੀਏ ਪਿੱਛੇ, ਜੇ ਕੋਈ ਪ੍ਰੋਪਰ ਡੰਡਾ ਹੈ ਨਹੀਂਗਾ ਮਗਰ ਲੋਕਾਂ ਦੇ ਜਾਂ ਦੇਸ਼ਾਂ ਦੇ, ਤਾਂ ਉਹ ਦੇਸ਼ ਇੱਕ ਦੂਜੇ ਨੂੰ, ਦੇਸ਼ ਵੀ ਇੱਕ ਦੂਜੇ ਨੂੰ ਲੁੱਟਦੇ ਨੇ, ਕਮਿਊਨਿਟੀਜ਼ ਵੀ ਇੱਕ ਦੂਜੇ ਨੂੰ ਲੁੱਟਦੀਆਂ ਨੇ, ਮਾਰ ਧਾੜ ਹੁੰਦੀ ਆ, ਔਰਤਾਂ ਦੇ ਰੇਪ ਹੁੰਦੇ ਨੇ, ਕਤਲੋਗਾਰਤ ਹੁੰਦੀ ਆ। ਸੋ ਇੱਕ ਫੋਰਸ ਚਾਹੀਦੀ ਹੁੰਦੀ ਆ ਕਿ ਜਿਹੜੀ ਲੋਕਾਂ ਸਿਸਟਮ ਨੂੰ ਸਟ੍ਰੀਮਲਾਈਨ ਕਰਕੇ ਚਲਾਵੇ। ਸੋ UNO ਉਸ ਵਾਸਤੇ ਡਰਾਫਟ ਕੀਤੀ ਗਈ ਸੀ। ਸੋ ਇਹ ਡਰਾਫਟ ਕੀਤੀ ਗਈ ਸੀਗੀ ਅਟਲਾਂਟਿਕ ਚਾਰਟਰ ਦੇ ਦੌਰਾਨ 1941 ਚ। ਫਿਰ ਇਸ ਦੀ ਮਤਲਬ ਜਿਹੜੀਆਂ ਮੀਟਿੰਗਸ ਨੇ ਕੰਸਿਸਟੈਂਟਲੀ ਚੱਲੀਆਂ ਨੇ ਇਹ। ਫਿਰ 1943 ਦੇ ਵਿੱਚ ਇੱਕ ਮੀਟਿੰਗ ਹੁੰਦੀ ਆ ਕਿਊਬੈਕ ਦੇ ਵਿੱਚ, ਉੱਥੇ ਡਿਸੀਜਨ ਲਿਆ ਗਿਆ ਕਿ ਇਸ ਨੂੰ ਹੋਰ ਬੈਟਰ ਕਿਵੇਂ ਕੀਤਾ ਜਾਵੇ। ਫਿਰ ਜਿਹੜੀ ਤਹਿਰਾਨ ਦੇ ਵਿੱਚ ਮੀਟਿੰਗ ਹੁੰਦੀ ਆ, ਉੱਥੇ ਇਹ ਗੱਲ ਆਪਣੇ FDR, ਫਰੈਂਕਲਿਨ ਰੋਜ਼ਵੈਲਟ, ਜੋਸਫ ਸਟਾਲਿਨ ਤੇ ਵਿੰਸਟਨ ਚਰਚਿਲ ਦੇ ਵਿੱਚ ਪ੍ਰੋਪਰ ਵੇ ਦੇ ਨਾਲ ਲਿਆਂਦੀ ਗਈ ਕਿ ਆਪਾਂ ਇੱਕ ਅਸੈਂਬਲੀ ਬਣਾਈ ਜਾਵੇ। ਉਸ ਨੂੰ 10 ਮੈਂਬਰ ਐਗਜ਼ੀਕਿਊਟਿਵ ਕਮੇਟੀ ਕਿਹਾ ਗਿਆ ਸੀ, ਜਿਹੜੀਆਂ ਕਿ ਇਕਨੋਮਿਕਲ ਐਂਡ ਸੋਸ਼ਲ ਇਸ਼ੂਜ਼ ਜਿਹੜੇ ਦੁਨੀਆ ਦੇ ਵਿੱਚ ਨੇ ਉਹਨਾਂ ਨੂੰ ਹੈਂਡਲ ਕਰੇ। ਔਰ ਇਹਦੇ ਵਿੱਚ ਇੱਕ ਜਿਹੜੀ ਕੰਮ ਦੀ ਚੀਜ਼ ਹਮੇਸ਼ਾ ਸਕਿਪ ਹੁੰਦੀ ਆ, ਉਹ ਮੈਂ ਤੁਹਾਨੂੰ ਹੁਣ ਦੱਸ ਰਿਹਾ ਕਿ ਜੇ ਅੱਜ ਦੇ ਸੰਦਰਭ ਦੇ ਵਿੱਚ ਜਦੋਂ ਅਸੀਂ ਆਵਾਂਗੇ ਫਿਰ ਸਾਨੂੰ ਸਮਝ ਲੱਗੂਗੀ।
ਉਸ ਦੇ ਵਿੱਚ ਇੱਕ ਖਾਸ ਗੱਲ ਇਹ ਲਿਆਂਦੀ ਗਈ ਸੀ ਕਿ ਅਕਸਰ ਜਦੋਂ ਵੀ ਇਹ ਗੱਲ ਕੀਤੀ ਜਾਂਦੀ ਹੈ ਬਿਗ 3 ਕਹਿੰਦੇ ਆਪਾਂ ਜੀ, ਅਮਰੀਕਾ, ਰੂਸ ਤੇ ਬ੍ਰਿਟਿਸ਼, ਜੀ, ਪਰ ਇੱਕ ਹਿਡਨ ਫੋਰਸ ਸੀ ਵਿੱਚ, ਔਰ ਉਹ ਹਿਡਨ ਫੋਰਸ ਸੀ ਚੀਨ। ਜੀ, ਉਹਦੇ ਵਿੱਚ ਜਿਹੜੀ ਤਹਿਰਾਨ ਦੇ ਵਿੱਚ ਮੀਟਿੰਗ ਹੋਈ ਸੀ, ਉਹਦੇ ਵਿੱਚ ਵੀ ਇਹ ਕਿਹਾ ਗਿਆ ਸੀ ਕਿ ਦੁਨੀਆ ਦੇ 4 ਪੁਲਿਸਮੈਨ ਹੋਣਗੇ ਜਿਹੜੇ ਦੁਨੀਆ ਨੂੰ ਦੇ ਵਿੱਚ ਪੀਸ ਨੂੰ ਇਨਫੋਰਸ ਕਰਨਗੇ, ਔਰ ਉਹ 4 ਜਿਹੜੇ ਪੁਲਿਸਮੈਨ ਸੀ ਉਹ ਸੀ ਯੂਨਾਈਟਿਡ ਸਟੇਟਸ, ਗ੍ਰੇਟ ਬ੍ਰਿਟਨ, ਸੋਵੀਅਤ ਯੂਨੀਅਨ ਐਂਡ ਚਾਈਨਾ। ਸੋ ਇੱਕ ਫੋਰਸ ਉਹ ਜਿਹੜੀ ਦਿਖ ਨਹੀਂ ਸੀ ਰਹੀ ਪਰ ਵਰਕ ਕਰ ਰਹੀ ਸੀ, ਉਹ ਸੀ ਚੀਨ। ਉਹ ਸੀ ਚੀਨ। ਤੇ ਅੱਜ ਜਦੋਂ ਤੁਸੀਂ ਚੀਨ ਨੂੰ ਜਿੱਥੇ ਦੇਖਦੇ ਆ, ਜਿੱਥੇ ਯਾਲਟਾ 2 ਆਪਾਂ ਗੱਲ ਕਰ ਰਹੇ ਆ ਜੀ, ਤਾਂ ਉਹ ਤੁਹਾਨੂੰ ਸਿਨੈਰੀਓ ਸਮਝ ਆਊਗਾ ਕਿ ਯਾਲਟਾ 2 ਕਿਉਂ ਕਰਨਾ ਪੈ ਰਿਹਾ ਤੇ ਚੀਨ ਨੂੰ ਅੱਜ ਬਰਾਬਰ ਲਿਆ ਕੇ ਖੜਾ ਕਰ ਲਿਆ ਗਿਆ ਉੱਥੇ, ਕਿ ਉਸ ਦੇ ਵੀ ਹਿੱਤ ਹੈਗੇ ਨੇ। ਜੀ, ਹਾਂਜੀ ਚੱਡਾ ਸਾਹਿਬ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ, ਮਤਲਬ ਮੈਂ ਭਾਜੀ ਇੰਦਰਜੀਤ ਦੀ ਗੱਲ ਹੀ ਅੱਗੇ ਤੋਰੂੰਗਾ ਕਿ ਉਹਨਾਂ ਨੇ ਪਹਿਲਾਂ ਹੀ ਚੀਨ ਨੂੰ ਖੜਾ ਕਰਨ ਲਈ ਤੈਅ ਕਰ ਲਿਆ ਸੀ, ਤੇ ਦਿਖਾਵੇ ਵਜੋਂ ਭਾਰਤ ਨੂੰ ਵੀਟੋ ਪਾਵਰ ਦਾ ਦਿੱਤੀ ਗਈ ਗੱਲ। ਤੇ ਫਿਰ ਨਹਿਰੂ ਦਾ ਤਾਂ ਆਪਾਂ ਨੂੰ ਪਤਾ ਹੀ ਆ ਕਿ ਕਿਹਨਾਂ ਲੋਕਾਂ ਦੇ ਸੰਪਰਕ ਸੀ, ਕਿਹਨਾਂ ਲੋਕਾਂ ਦੇ ਪ੍ਰਭਾਵ ਦੇ ਵਿੱਚ ਸੀ, ਤੇ ਫਿਰ ਨਹਿਰੂ ਰਾਹੀਂ ਨਾ ਵੀ ਕਰਵਾ ਦਿੱਤੀ ਗਈ। ਤੇ ਤੁਸੀਂ ਜੇ ਪ੍ਰਸ਼ੰਤ ਬਾਜਪਾਈ ਦੀ ਤੇ ਨਟਵਰ ਸਿੰਘ ਦੀ ਇੱਕ ਵੀਡੀਓ ਆ, ਉਹ ਸੁਣਨ ਵਾਲੀ ਆ, ਇੰਟਰਵਿਊ ਬਹੁਤ ਕੁਛ ਉਹਦੇ ਵਿੱਚ ਜਾਣਕਾਰੀ ਆ, ਤੇ ਮੈਂ ਸਾਰੇ ਪਾਠਕਾਂ ਨੂੰ ਵੀ ਸੁਜੈਸਟ ਕਰੂੰਗਾ। ਉਹਦੇ ਵਿੱਚ ਇਹ ਗੱਲ ਖਾਸ ਕਰਕੇ ਜ਼ਿਕਰ ਕੀਤੀ ਗਈ, ਉਹਨੇ ਇਹ ਵੀ ਜ਼ਿਕਰ ਕੀਤਾ ਵੀ ਕਿੱਥੋਂ ਇਹ ਇਸ਼ਾਰਾ ਹੋਇਆ ਸੀ ਨਾ ਕਰਨ ਲਈ। ਤੇ ਦੂਸਰੀ ਗੱਲ ਮੈਂ ਇਹ ਵੀ ਕਹਿ ਦਿੰਦਾ ਕਿ ਨਹਿਰੂ ਉਹਨਾਂ ਦਾ ਕਿੱਦਾਂ ਬੰਦਾ ਸੀ ਕਿ ਜਦੋਂ ਪ੍ਰਧਾਨ ਮੰਤਰੀ ਦੀ ਅਗਲੀ ਪੋਸਟ ਜਦੋਂ 1947 ਤੋਂ ਬਾਅਦ ਬਣਨੀ ਸੀ, ਤੇ ਉਹਦੇ ਲਈ ਨਹਿਰੂ ਦੇ ਹੱਕ ਦੇ ਵਿੱਚ ਬਿਲਕੁਲ ਨਾਮਾਤਰ ਡੈਲੀਗੇਟਾਂ ਨੇ ਵੋਟ ਪਾਈ ਸੀ, ਤੇ ਸਾਰੇ ਪਟੇਲ ਦੇ ਹੱਕ ਸੀ। ਤੇ ਫਿਰ ਵੀ ਨਹਿਰੂ ਪ੍ਰਧਾਨ ਮੰਤਰੀ ਬਣ ਗਿਆ, ਤੇ ਪਟੇਲ ਦਾ ਪਰਿਵਾਰ ਮੇਰੇ ਖਿਆਲ ਅੱਜ ਕੱਲ੍ਹ ਕਿਤੇ ਮਾੜਾ ਦਿਸਦਾ ਨਹੀਂ ਮੈਨੂੰ ਰਾਜਨੀਤੀ ਦੇ ਵਿੱਚ। ਬਿਲਕੁਲ ਜੀ। ਅੱਛਾ, ਮੇਰਾ ਇੱਕ ਆਖਰੀ ਸਵਾਲ ਹੈਗਾ ਸਰੋਤਿਆਂ ਵੱਲੋਂ, ਜਿਹੜਾ ਆਖਰੀ ਸਵਾਲ ਹੈ ਕਿ ਪੰਜਾਬ ਨੂੰ, ਪੰਜਾਬ ਦੇ ਸਿੱਖਾਂ ਨੂੰ ਤੇ ਸਿੱਖ ਇੰਟਰਨੈਸ਼ਨਲ ਸਿੱਖ ਕਮਿਊਨਿਟੀ ਸਮਾਜ ਨੂੰ ਹੁਣ ਕੀ ਕਰਨਾ ਚਾਹੀਦਾ ਕਿ ਯਾਲਟਾ 2 ਵੇਲੇ ਉਹਨਾਂ ਦਾ ਆਪਣੇ ਅਧਿਕਾਰ ਅਤੇ ਆਪਣੀ ਸੋਵਰਨਿਟੀ, ਆਪਣੀ ਆਰਥਿਕਤਾ ਏਜੰਡੇ ਤੇ ਰਹੇ ਯਾਲਟਾ 2 ਵਿੱਚ? ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਇੰਦਰਜੀਤ ਸਿੰਘ ਜੀ ਤੋਂ ਪਹਿਲਾਂ, ਫਿਰ ਚੱਠਾ ਸਾਹਿਬ ਤੋਂ, ਵਾਰੀ ਵਾਰੀ। ਦੇਖੋ, ਆਪਾਂ ਹੁਣ ਇੱਕ ਗੱਲ ਸਮਝੀ ਆ ਕਿ ਉਹਨਾਂ ਨੇ 4 ਪੁਲਿਸਮੈਨ ਮਿਥਲੇ ਨੇ ਜੀ, ਜਿਹਦੇ ਵਿੱਚ ਚੀਨ ਨੂੰ ਪ੍ਰਮੋਟ ਕੀਤਾ ਜਾ ਰਿਹਾ ਸੀ। ਉਹ ਮੀਟਿੰਗ ਜਿਹੜੀ ਆ ਬਾਹਰ ਜ਼ਿਆਦਾ ਹਾਈਲਾਈਟ ਨਹੀਂ ਹੋਈ। ਅਸਲ ਦੇ ਵਿੱਚ ਉਹ ਇੱਕ ਮੀਟਿੰਗ 1944 ਅਗਸਤ ਤੇ ਅਕਤੂਬਰ ਦੇ ਮਹੀਨੇ ਦੇ ਵਿੱਚ ਵਾਸ਼ਿੰਗਟਨ DC 'ਚ ਹੋਈ ਸੀ, ਜਿਹਦੇ ਵਿੱਚ ਬਿਗ 4 ਇਕੱਠੇ ਹੋਏ ਸੀ। ਸੋ ਰਾਜਾ ਅੱਜ ਜਿਹੜਾ ਸਾਡੇ ਸਾਹਮਣੇ ਆ ਉਹ ਆ ਚੀਨ। ਸੋ ਸਿੱਖ ਕੌਮ ਦਾ ਇੱਕ ਫਰਜ਼ ਇਹ ਬਣਦਾ ਕਿ ਚੀਨ ਦੇ ਨਾਲ ਕਿਸੇ ਵੀ ਲੈਵਲ ਦੇ ਉੱਤੇ ਰਾਬਤਾ ਇਕੱਠਾ ਕੀਤਾ ਜਾਵੇ ਜੀ। ਚੀਨ ਦੇ ਨਾਲ ਬਣਾਇਆ ਜਾਵੇ। ਚੀਨ ਦੇ ਨਾਲ ਜਦੋਂ ਤੁਸੀਂ ਡਿਸਕਸ਼ਨ 'ਚ ਪਾਓਗੇ ਤਾਂ ਤੁਹਾਨੂੰ ਚੀਨ ਦੇ ਫਿਊਚਰ ਪਲਾਨਸ ਬਾਰੇ ਪਤਾ ਲੱਗੂਗਾ। ਬੇਸਿਕਲੀ ਸਿੱਖਾਂ ਨੂੰ ਕਿਸੇ ਵੀ ਲੜਾਈ ਦਾ ਹਿੱਸਾ ਨਹੀਂ ਬਣਨਾ ਚਾਹੀਦਾ। ਸਿੱਖ ਜਿਹੜੀ ਲੜਾਈ ਸਾਨੂੰ ਨਜ਼ਰ ਆ ਰਹੀ ਆ ਇੰਡੀਆ ਤੇ ਚਾਈਨਾ ਦੇ ਵਿੱਚ, ਜਾਂ ਚਾਈਨਾ ਤੇ ਭਾਰਤ ਤੇ ਪਾਕਿਸਤਾਨ ਦੇ ਵਿੱਚ, ਸਿੱਖਾਂ ਨੂੰ ਵੀ ਐਜ਼ ਏ ਨਿਊਟਰਲ ਫੋਰਸ ਰਹਿਣਾ ਚਾਹੀਦਾ। ਨਾ ਹਿੰਦੂਆਂ ਨਾਲ ਲੜਨ ਦੀ ਲੋੜ ਆ ਤੇ ਨਾ ਚੀਨ ਤੇ ਪਾਕਿਸਤਾਨ ਨਾਲ ਲੜਨ ਦੀ ਲੋੜ ਆ। ਤੁਸੀਂ ਹਾਲੇ ਇਸ ਦੇ ਸਿੱਟੇ ਦੇਖੋ ਕੀ ਨਿਕਲਦੇ ਨੇ। ਅਲਟੀਮੇਟਲੀ ਜਦੋਂ ਇਸ ਢੰਗ ਦੀ ਡਿਸਟਰਕਸ਼ਨ ਹੁੰਦੀ ਹੈ, ਜਿਸ ਢੰਗ ਦੀਆਂ ਫੋਰਸਿਸ, ਵੈਪਨਸ ਚੀਨ ਹਿਮਾਲਿਆ ਦੇ ਉੱਤੇ ਲੈ ਕੇ ਆ ਗਿਆ ਹੈਗਾ, ਤਾਂ ਸਾਨੂੰ ਇਹ ਦੇਖਣਾ ਚਾਹੀਦਾ ਹੈਗਾ ਕਿ ਕੋਈ ਵੱਡੀ ਡਿਸਟਰਕਸ਼ਨ ਦੇ ਚਾਂਸਸ ਨੇ। ਜਦੋਂ ਇਸ ਢੰਗ ਦੀ ਕੋਈ ਵਾਰ ਹੁੰਦੀ ਆ, ਉਹਦੇ ਵਿੱਚੋਂ ਰਸਤੇ ਨਿਕਲਦੇ ਨੇ। ਸੋ ਸਾਨੂੰ ਉਸ ਸਮੇਂ ਦਾ ਇੰਤਜ਼ਾਰ ਕਰਨਾ ਚਾਹੀਦਾ ਕਿ ਉਹਦੇ ਵਿੱਚੋਂ ਜਿਹੜੇ ਰਸਤੇ ਨਿਕਲਣਗੇ, ਉਹਦੇ ਵਿੱਚੋਂ ਸਾਡੀ ਆਜ਼ਾਦੀ ਨਿਕਲੂ। ਜਿਹੜੀਆਂ ਹਿੰਦੂਤਵੀ ਫੋਰਸਿਸ ਨੇ, ਬ੍ਰਾਹਮਣੀਕਲ ਸਿਸਟਮ ਜਿਹੜਾ ਹੈ,
ਉਸ ਦਾ ਪੂਰਾ ਜ਼ੋਰ ਇਸ ਟਾਈਮ ਲੱਗਿਆ ਹੋਇਆ ਕਿ ਉਹ ਸਿੱਖਾਂ ਨੂੰ ਆਪਣੇ ਵਿੱਚ ਸਮਾ ਲੈਣ, ਅਸਿਮੀਲੇਟ ਕਰਨ। ਉਹਨਾਂ ਦੇ ਕੰਸਿਸਟੈਂਟਲੀ ਬਿਆਨ ਆ ਰਹੇ ਨੇ। ਜਿਹੜੀਆਂ ਸਾਡੀਆਂ ਆਰਗੇਨਾਈਜੇਸ਼ਨਸ ਵੀ ਨੇ, ਤੁਸੀਂ ਜ਼ਿਆਦਾ ਐਕਸਪਰਟ ਹੋ ਇਹਨਾਂ ਆਰਗੇਨਾਈਜੇਸ਼ਨਾਂ ਦੇ ਵਿੱਚ, ਖੁਦ ਵਿਚਰੇ ਹੋ, ਬਹੁਤ ਪੁਰਾਣੇ ਵਿਚਰ ਵੀ ਰਹੇ ਹੋ, ਹੁਣ ਵੀ ਵਿਚਰ ਰਹੇ ਹੋ। ਇਹਨਾਂ ਦੇ ਵਿੱਚ ਉਹਨਾਂ ਨੇ ਆਪਣੇ ਸੈੱਲ ਬਹੁਤ ਡੂੰਘੇ ਕੀਤੇ ਹੋਏ ਨੇ, ਔਰ ਉਹਨਾਂ ਦੀ ਸਾਰਿਆਂ ਦੀ ਕੋਸ਼ਿਸ਼ ਇਹ ਆ ਕਿ ਸਿੱਖ ਕਿਸੇ ਢੰਗ ਦੇ ਨਾਲ, ਕਿਸੇ ਵੀ ਕੀਮਤ ਦੇ ਉੱਤੇ ਇੰਡੀਆ ਦੇ ਨਾਲ ਰਹਿਣ। ਸੋ ਇੱਥੇ ਸਿੱਖ ਕੌਮ ਨੂੰ ਬੜਾ ਸੂਝ-ਬੂਝ ਤੇ ਸਮਝਦਾਰੀ ਤੋਂ ਕੰਮ ਲੈਣ ਦੀ ਲੋੜ ਆ। 47 ਨਹੀਂ ਰਿਪੀਟ ਕਰਨਾ ਚਾਹੀਦਾ। ਸਾਨੂੰ ਇਹ ਹਾਲਾਤ ਜਿਹੜੇ ਨੇ ਵਾਪਰਨ ਦੇਣੇ ਚਾਹੀਦੇ ਨੇ। ਚੀਨ ਪਾਵਰਫੁਲ ਆ, ਚੀਨ ਦੀ ਜਿੱਤ ਤੈਅ ਆ, ਉਸਨੂੰ ਰੋਕਣਾ ਮੇਰੇ ਖਿਆਲ ਦੇ ਵਿੱਚ ਇੰਡੀਆ ਦੇ ਵੱਸ ਦਾ ਰੋਗ ਨਹੀਂ ਹੈਗਾ। ਇੰਡੀਆ ਸਿਰਫ ਲੜਾਈ ਨੂੰ ਡਿਲੇ ਕਰ ਸਕਦਾ। ਸੋ ਅਲਟੀਮੇਟਲੀ ਜਦੋਂ ਉਹਦੇ ਵਿੱਚੋਂ ਬਹੁਤ ਕੁਝ ਨਿਕਲ ਕੇ ਆਊਗਾ ਤਾਂ ਸਾਡਾ ਵੀ ਕੋਈ ਰਸਤਾ ਉਹਦੇ ਵਿੱਚੋਂ ਨਿਕਲੂਗਾ। ਤਾਂ ਸਾਨੂੰ ਉਸ ਢੰਗ ਦੇ ਨਾਲ ਆਪਣੇ ਪੱਤੇ ਖੇਡਣੇ ਚਾਹੀਦੇ ਨੇ। ਮੇਰਾ ਤਾਂ ਸੋਚ ਨਹੀਂ ਹੈ ਇਸ ਮਸਲੇ ਦੇ ਉੱਤੇ। ਚੱਡਾ ਸਾਹਿਬ, ਤੁਸੀਂ ਕੀ ਸੋਚਦੇ ਹੋ? ਹਾਂਜੀ, ਮੇਰੇ ਵੀ ਵਿਚਾਰ ਇੱਕੋ ਹੀ ਆ, ਇਹੀ ਆ ਵੀ ਲੜਾਈ ਟਲ ਨਹੀਂ ਸਕਦੀ। ਇਹ ਡਿਲੇ ਹੋ ਸਕਦੀ ਆ, ਸਾਲ ਹੋ ਸਕਦੀ ਆ। ਜਿੱਥੋਂ ਤੱਕ ਮੈਂ ਅੰਦਾਜ਼ਾ ਲਾਇਆ 2024 ਤੱਕ ਸ਼ਾਇਦ ਲੜਾਈ ਦੀ ਸ਼ੁਰੂਆਤ ਹੋ ਜਾਵੇ। ਤੇ ਸਿੱਖਾਂ ਨੂੰ ਬਿਲਕੁਲ ਨਿਊਟਰਲ ਰਹਿਣਾ ਚਾਹੀਦਾ। ਇਹ ਗੱਲ ਬਿਲਕੁਲ ਸਹੀ ਆ ਕਿ ਭਾਰਤੀ ਤੰਤਰ ਅੱਜ ਕੱਲ੍ਹ ਬੜਾ ਤਰ੍ਹਾਂ ਦੇ ਸੌਰਵ ਸਵਾਮੀ ਦੇ ਬਿਆਨ ਦੇਖ ਲਓ, ਜਾਂ ਉਹ ਕਿੰਨੇ ਤਰ੍ਹਾਂ ਦੇ ਐਲਾਨ ਕਰ ਰਹੇ ਆ, ਜਾਂ ਆ ਜਿਹੜਾ ਮੋਰਚੇ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਦਾ ਓਵਰਨਾਈਟ, ਇਹਨੂੰ ਆਪਾਂ ਓਵਰਨਾਈਟ ਹੀ ਕਹਿ ਦਿੰਦੇ, ਓਵਰਨਾਈਟ ਨਹੀਂ, ਓਵਰਨਾਈਟ ਹੀ ਆਪਾਂ ਜਿੱਦਾਂ ਕਹਿ ਦਿੰਦੇ ਆ ਵੀ ਬਿੱਲ ਵੀ ਵਾਪਸ ਆ ਗਏ। ਇਹ ਕਿਸੇ ਬਹੁਤ ਵੱਡੇ ਦਬਾਅ ਦੇ ਕਾਰਨ ਆ। ਤੇ ਪਰ ਸਿੱਖਾਂ ਨੂੰ ਮੇਰਾ ਇਹ ਆ ਕਿ ਸਿੱਖਾਂ ਨੂੰ, ਆਮ ਆਵਾਮ ਨੂੰ, ਲੀਡਰਸ਼ਿਪ ਤਾਂ ਉਹਨਾਂ ਨੇ ਬਹੁਤ ਰੱਖੇ ਆਪਣੇ ਹੇਠਾਂ ਕੀਤੀ ਹੋਈ ਆ। ਆਮ ਆਵਾਮ ਨੂੰ ਅਸੀਂ ਪੂਰੀ ਤਰ੍ਹਾਂ ਜਾਗਰਤ ਕਰੀਏ ਕਿ ਆਉਣ ਵਾਲਾ ਟਾਈਮ ਤੁਹਾਡੇ ਭਵਿੱਖ ਦਾ ਆ। ਜੇ ਤੁਸੀਂ ਇਹ ਹੋਣ ਵਾਲਾ ਟਾਈਮ ਨਹੀਂ ਸਾਂਭ ਸਕੇ ਤੇ ਹੋ ਸਕਦਾ ਅਗਲੇ 100 ਸਾਲ ਹੋਰ ਲੰਘ ਜਾਣ। ਤੇ ਅਗਲੇ 100 ਸਾਲ ਉਡੀਕਣ ਦੀ ਜਦੋਂ ਦੀ ਗੱਲ ਆਊਗੀ ਤੇ ਫੇਰ ਮੇਰੇ ਖਿਆਲ ਵੈਸੇ ਤਾਂ ਮੇਰਾ ਪ੍ਰਮਾਤਮਾ 'ਚ ਪੂਰਾ ਭਰੋਸਾ ਵੀ ਸਿੱਖ ਜੇ ਹਿਸਾਬ ਨਾਲ ਇਹ ਪਲਾਨ ਕਰ ਰਹੇ ਆ ਤੇ ਸਿੱਖ ਧਰਮ ਦਾ ਆਹ ਸਰੂਪ ਨਹੀਂ ਇਹਨਾਂ ਨੇ ਰਹਿਣ ਦੇਣਾ। ਜਿੱਦਾਂ ਵੈਸ਼ਨਵ ਧਰਮ ਆ, ਜਾਂ ਸ਼ੈਵ ਧਰਮ ਆ, ਜਾਂ ਹੋਰ ਕਿੱਦਾਂ ਦੇ ਕੁਲਟ ਆ, ਉੱਦਾਂ ਦਾ ਇੱਕ ਤੇ ਇਹਨਾਂ ਨੂੰ ਇੱਕ ਕੁਆਲਿਟੀ ਪੰਜਾਬੀ ਦਾ, ਹੁਣ ਮੈਨੂੰ ਨਾਂ ਨਹੀਂ ਯਾਦ ਆ ਰਿਹਾ ਵੀ, ਇੱਕ ਪੰਜਾਬੀ, ਹਾਂ, ਇੱਕ ਫਿਰਕੇ ਦੇ ਤੌਰ ਤੇ ਇਹਨੂੰ ਕਹਿ ਵੀ ਰਹਿ ਜਾਓ ਵੀ ਤੁਸੀਂ ਮੰਦਿਰ ਵੀ ਜਾਈ ਚਲੋ, ਗੁਰਦੁਆਰੇ ਮੱਥਾ ਟੇਕੀ ਜਾਓ। ਏਦਾਂ ਦਾ ਇਹ ਬਣਾਉਣਾ ਚਾਹ ਰਹੇ ਆ ਤੇ ਏਦਾਂ ਦਾ ਹੀ ਬਣਾ ਦੇਣਗੇ। ਮੈਂ ਸਮ ਅਪ ਕਰਦਾ ਆਪ ਦੋਨੋਂ ਵਿਦਵਾਨਾਂ ਦੀ ਗੱਲਬਾਤ। ਸਰੋਤਿਓ, ਜੋ ਤੁਹਾਡੇ ਸਵਾਲ ਦੇ ਮੁਤਲਕ ਦੋਨਾਂ ਵਿਦਵਾਨਾਂ ਨੇ ਆਪਣੀ ਗੱਲਬਾਤ ਸਮ ਅਪ ਕੀਤੀ ਹੈ, ਉਹ ਹੈਗਾ ਕਿ ਸਿੱਖ ਕੌਮ ਲਈ ਇਹ ਸਭ ਤੋਂ ਇਸ ਵੇਲੇ ਸੰਵੇਦਨਸ਼ੀਲ ਸਮਾਂ ਹੈਗਾ। ਸੰਵੇਦਨਸ਼ੀਲਤਾ ਇਸ ਦੀ ਹੈਗੀ ਆ ਕਿ ਸਿੱਖ ਕੌਮ ਨੂੰ ਨਿਊਟਰਲ ਰਹਿਣਾ ਚਾਹੀਦਾ। ਕਿਸੇ ਵੀ ਧਿਰ ਨਾਲ ਕੋਈ ਪੱਖ ਬਣ ਕੇ ਜੰਗ ਨਹੀਂ ਛੇੜਨੀ ਚਾਹੀਦੀ। ਭਾਰਤ ਵਿੱਚ ਜੇ ਰਹਿ ਕੇ ਵੀ ਨਿਊਟਰਲ ਰਹਿਣਾ ਸਾਨੂੰ ਸਿੱਖਣਾ ਪੈਣਾ ਕਿ ਅਸੀਂ ਹਿੰਦੂਆਂ ਨਾਲ ਮਿਲ ਕੇ, ਹਿੰਦੂਤਵਾ ਤਾਕਤਾਂ ਨਾਲ ਮਿਲ ਕੇ ਨਾ ਚਾਈਨਾ ਨਾਲ ਜੰਗ ਲੜੀਏ, ਨਾ ਹਿੰਦੂਤਵਾ ਤਾਕਤਾਂ ਨਾਲ ਮਿਲ ਕੇ ਅਸੀਂ ਇਸਲਾਮ ਨਾਲ ਜੰਗ ਲੜੀਏ। ਅਸੀਂ ਵਿੱਚੋਂ ਆਪਣੇ ਹਿੱਤ ਕੱਢਣ ਦੀ ਕੋਸ਼ਿਸ਼ ਕਰੀਏ ਨਿਊਟਰਲ ਰਹਿ ਕੇ। ਇੱਕ ਗੱਲ ਦੋਨਾਂ ਵਿਦਵਾਨਾਂ ਦੀ ਹੈ, ਆਪ ਸਹਿਮਤੀ ਨਾਲ ਇੱਕ ਗੱਲ ਸਾਹਮਣੇ ਆਈ ਹੈ। ਦੂਸਰੀ ਗੱਲ ਜਿਹੜੀ ਸਭ ਤੋਂ ਵੱਡੀ ਸਾਹਮਣੇ ਆਉਂਦੀ ਹੈ, ਉਹ ਆਉਂਦੀ ਹੈ ਕਿ ਸਿੱਖ ਕੌਮ ਦੇ ਜਿਹੜੀ ਕੌਮੀ ਬਣਤਰ ਤੇ ਧਾਰਮਿਕ ਬਣਤਰ, ਇਸ ਨੂੰ ਹਿੰਦੂਤਵੀ ਤਾਕਤਾਂ ਰਾਹੀਂ ਛੇੜਿਆ ਜਾਣਾ ਹੈ, ਛੇੜਿਆ ਜਾ ਰਿਹਾ ਹੈ। ਜਾਣਾ ਵਾਲੀ ਗੱਲ ਬੜੀ ਦੂਰ ਦੀ ਹੈ, 1947 ਤੋਂ ਬਾਅਦ ਹੀ ਛੇੜਿਆ ਜਾ ਰਿਹਾ ਬਾਰ-ਬਾਰ। ਉਸ ਦੀ ਵਜ੍ਹਾ ਹੈਗੀ ਹੈ ਕਿ ਭਾਰਤ ਵੀ ਇਹ ਜਾਣਦਾ ਕਿ ਸਿੱਖਾਂ ਤੋਂ ਬਗੈਰ ਭਾਰਤ ਦਾ ਕੋਈ ਵਜੂਦ ਨਹੀਂ ਹੈ। ਪਹਿਲੀ ਗੱਲ ਇਸ ਵਿੱਚ ਅੱਜ ਅਤਿਸ਼ੋਕਤੀ ਕਹੀ ਜਾਂਦੀ ਹੈ ਕਿ ਬਈ ਖਾਦ ਪਦਾਰਥਾਂ ਦੀ, ਹੁਣ ਪੰਜਾਬ ਦੇ ਖਾਦ ਪਦਾਰਥਾਂ ਦੀ ਭਾਰਤ ਨੂੰ ਲੋੜ ਨਹੀਂ ਹੈ ਕਿਉਂਕਿ ਬਾਕੀ ਸੂਬੇ ਵੀ ਬਹੁਤ ਕੁਛ ਹਨ ਉਤਪਾਦਨ ਕਰਨ ਲੱਗ ਗਏ ਨੇ। ਨਹੀਂ, ਅਜਿਹੀ ਗੱਲ ਨਹੀਂ ਹੈ। ਜੋ ਖਾਦ ਪਦਾਰਥਾਂ ਦੀ ਵੈਲਿਊ ਪੰਜਾਬ ਦੀ ਹੈ ਉਹ ਹਮੇਸ਼ਾ ਬਣੀ ਰਹੇਗੀ, ਚਾਹੇ ਅੱਜ ਫਰਟੀਲਾਈਜ਼ਰ ਵੱਧ ਇਸਤੇਮਾਲ ਹੋ ਰਹੇ ਨੇ, ਇਨਸੈਕਟੀਸਾਈਡ ਵੱਧ ਇਸਤੇਮਾਲ ਹੋ ਰਹੇ ਨੇ, ਉਸ ਦੇ ਬਾਵਜੂਦ ਵੀ ਉਹ ਬਣੀ ਰਹੇਗੀ। ਦੂਸਰੀ ਗੱਲ ਜਿਹੜੀ ਇਸ ਵਿੱਚ ਦੇਖਣ ਵਾਲੀ ਹੈ ਕਿ ਸਿੱਖ ਧਰਮ ਨੂੰ ਆਪਣੀ ਆਇਡੈਂਟੀਟੀ, ਆਪਣੀ ਸੋਵਰਨਿਟੀ ਤੇ ਆਪਣੀ ਆਜ਼ਾਦ ਹਸਤੀ ਹਮੇਸ਼ਾ ਬਣਾਈ ਰੱਖਣਾ ਚਾਹੀਦਾ ਹੈ, ਤਾਂ ਪੰਜਾਬ ਦਾ ਭਵਿੱਖ ਸੋਵਰਨ ਹੋਏਗਾ, ਆਜ਼ਾਦ ਹੋਏਗਾ। ਇਹ ਇੱਕ ਗੱਲ ਉੱਭਰ ਕੇ ਸਾਹਮਣੇ ਆਈ ਹੈ। ਹਾਂਜੀ ਚੱਟਾ ਸਾਹਿਬ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ?
ਹਾਂਜੀ, ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਉਹ ਇਹ ਆ ਕਿ ਉਹ ਬੇਸ਼ੱਕ ਕਹੀ ਜਾਣ, ਪਰ ਉਹ ਆਪਣੇ ਜੀਓਪੋਲਿਟਿਕਸ ਦੇ ਜਿੱਦਾਂ ਆਪਾਂ ਕਹਿ ਦਿੰਦੇ ਆ, ਉਸ ਹਿਸਾਬ ਨਾਲ ਪੰਜਾਬ ਦੀ ਵੈਲਿਊ ਬਹੁਤ ਜ਼ਿਆਦਾ ਆ। ਜਿਹੜਾ ਸਾਰਾ ਯੂਰਪ ਦਾ ਰਸਤਾ ਜਾਂ ਮੱਧ ਪੂਰਬ ਜੋ ਵੀ ਰਸਤਾ ਹੈ ਬਾਕੀ ਦੇਸ਼ਾਂ ਨਾਲ, ਉਹ ਪੰਜਾਬ ਥਾਣੀ ਹੋ ਕੇ ਲੰਘਦਾ। ਉਹਨਾਂ ਨੂੰ ਇਸ ਮਹੱਤਤਾ ਬਾਰੇ ਚੰਗੀ ਤਰ੍ਹਾਂ ਪਤਾ, ਉਹ ਪੰਜਾਬ ਕਦੀ ਵੀ ਨਹੀਂ ਛੱਡਣਾ ਚਾਹਣਗੇ। ਇਸੇ ਕਰਕੇ ਉਹ ਚੱਡਾ ਸਾਹਿਬ, ਮੈਂ ਵਿੱਚ ਤੁਹਾਨੂੰ ਟੋਕ ਰਿਹਾ ਕਿਉਂਕਿ ਇਸ ਇੰਟਰਵਿਊ ਦਾ ਟਾਈਮ ਪੂਰਾ ਹੋ ਰਿਹਾ, ਤੇ ਜੀਓਪੋਲਿਟਿਕਸ ਤੇ ਅਸੀਂ ਇੱਕ ਸੈਪਰੇਟ ਐਪੀਸੋਡ ਕਰਾਂਗੇ ਕਿਉਂਕਿ ਉਹ ਆਪਣੇ ਆਪ ਵਿੱਚ ਸੰਪੂਰਨ ਵਿਸ਼ਾ ਹੈਗਾ ਜੀਓਪੋਲਿਟਿਕਸ ਦਾ। ਸਰਦਾਰ ਇੰਦਰਜੀਤ ਸਿੰਘ ਜੀ, ਆਪ ਜੀ ਕੁਝ ਕਹਿਣਾ ਚਾਹੋਗੇ ਆਖਿਰ ਵਿੱਚ? ਬਿਲਕੁਲ, ਮੈਂ ਕੁਝ ਗੱਲਾਂ ਨੇ ਜਿਹੜੀਆਂ ਕਿ ਬਾਰ-ਬਾਰ ਮੈਂ ਮਤਲਬ ਰੱਖਣੀਆਂ ਚਾਹੁੰਦਾ ਓਵਰਆਲ ਸਿਸਟਮ ਦੇ ਵਿੱਚ ਜੀ, ਕਿ ਕਈ ਵਾਰੀ ਚੀਜ਼ਾਂ ਤੈਅ ਕੁਝ ਹੋਰ ਢੰਗ ਨਾਲ ਹੁੰਦੀਆਂ ਨੇ, ਉਹਨਾਂ ਦਾ ਜਿਹੜਾ ਬਣਤਰ ਅਖੀਰ ਦੇ ਵਿੱਚ ਨਿਕਲ ਕਿਸੇ ਹੋਰ ਢੰਗ ਨਾਲ ਜਾਂਦਾ, ਕਿਉਂਕਿ ਬਹੁਤ ਜ਼ਿਆਦਾ ਫੋਰਸਿਸ ਜਿਹੜੀਆਂ ਨੇ ਇੰਟਰਨਲੀ ਜਿਹੜੀਆਂ ਕਿ ਬਿਹਾਈਂਡ ਦਾ ਸੀਨ ਕੰਮ ਕਰ ਰਹੀਆਂ ਹੁੰਦੀਆਂ ਨੇ, ਉਹ ਵਰਕ ਕਰ ਰਹੀਆਂ ਹੁੰਦੀਆਂ ਨੇ ਇਸ ਸਿਸਟਮ ਦੇ ਉੱਤੇ। ਜਿਹੜੀ ਯਾਲਟਾ ਦੇ ਵਿੱਚ ਤੁਸੀਂ ਦੇਖੋ ਕਿ ਵਿੰਸਟਨ ਚਰਚਿਲ ਜਿਹੜਾ ਸੀ, ਉਹ ਖੁਦ ਇਨਵੋਲਵ ਸੀ, ਯਾਲਟਾ ਨੂੰ ਸੈਟਅਪ ਕਰਨ ਦੇ ਵਿੱਚ ਇਨਵੋਲਵ ਸੀ, ਜਿਹੜੇ ਪ੍ਰਭਾਵਸ਼ਾਲੀ ਖਿੱਤੇ ਵੰਡਾਂ ਦੇ ਵਿੱਚੋਂ ਇਨਵੋਲਵ ਸੀ। ਪਰ ਜਦੋਂ ਇੰਡੀਆ ਆਜ਼ਾਦ ਹੋਇਆ, ਰਾਈਟ, ਜਦੋਂ ਇੰਡੀਆ ਆਜ਼ਾਦ ਕੀਤਾ ਗਿਆ, ਤਾਂ ਜਿਹੜੇ ਸ਼ਬਦ ਸੀਗੇ, ਸਭ ਤੋਂ ਪਾਵਰਫੁਲ ਸ਼ਬਦ ਜਿਹੜੇ ਸੀਗੇ ਉਹ ਵਿੰਸਟਨ ਚਰਚਿਲ ਨੇ ਬੋਲੇ ਸੀ ਐਟਲੀ ਬਾਰੇ। ਜੇ ਮੈਂ ਰਿਪੀਟ ਕਰਦੇ ਆ ਇੰਗਲਿਸ਼ ਦੇ ਵਿੱਚ, ਉਹ ਬਹੁਤ ਫੇਮਸ ਕੋਟੇਸ਼ਨ ਹੈਗੀ ਆ ਕਿ ਪਾਵਰ ਵਿਲ ਗੋ to the hands of rascals, rogues, freebooters. All Indian leaders will be a low caliber men of straw. They will have sweet tongues and silly hearts. They will fight among us themselves for power, and India will be lost in political squabbles. A day would come when even air and water would be taxed in India, right? So ਇਹੋ ਜਿਹੇ ਸਖਤ ਸ਼ਬਦ ਜਿਹੜੇ ਸੀ ਵਿੰਸਟਨ ਚਰਚਿਲ ਨੂੰ ਬੋਲਣੇ ਪਏ, ਜਦੋਂ ਕਿ ਸਾਰਾ ਸਿਸਟਮ ਉਹਨੇ ਖੁਦ ਡਿਜ਼ਾਈਨ ਕੀਤਾ ਸੀ ਜੀ। ਸੋ ਅਖੀਰ ਦੇ ਵਿੱਚ ਜਦੋਂ ਦੇਸ਼ ਆਜ਼ਾਦ ਕੀਤਾ ਗਿਆ, ਉਹਦੇ ਵੀ ਹੱਥ ਦੇ ਵਿੱਚ ਨਹੀਂ ਸੀ, ਉਹਨੂੰ ਹੋਰ ਪਾਵਰ ਜਿਹੜੀਆਂ ਸੀ ਉਹ ਡੋਮੀਨੇਟ ਕਰ ਗਈਆਂ। ਤੇ ਜਿਹੜੀ ਇਹ ਸਟੇਟਮੈਂਟ ਵਿੰਸਟਨ ਚਰਚਿਲ ਨੇ ਉਸ ਵਕਤ ਕਹੀ ਸੀ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ, ਸਿੱਖਾਂ ਨੂੰ ਆਜ਼ਾਦੀ ਤੋਂ ਤੁਰੰਤ ਬਾਅਦ ਇਸ ਦਾ ਅਹਿਸਾਸ ਵੀ ਹੋ ਗਿਆ ਸੀ। ਬਿਲਕੁਲ ਬਿਲਕੁਲ। ਸੋ ਮਤਲਬ ਸਾਨੂੰ ਇਸ ਚੀਜ਼ ਬਾਰੇ ਵੀ ਸੋਚਣਾ ਚਾਹੀਦਾ ਕਿ ਤੁਸੀਂ ਫੇਸ ਵੈਲਿਊ ਦੇ ਉੱਤੇ ਸਿੱਖ ਆਪ ਸਿੱਧੇ ਨੇ, ਕਿਉਂਕਿ ਸਾਡਾ ਸਿਧਾਂਤ ਹੀ ਆ ਕਿ ਸੱਚ ਤੇ ਚੱਲਣ ਦਾ। ਅਸੀਂ ਇਹ ਸੋਚ ਲੈਂਦੇ ਹਾਂ ਕਿ ਸਾਡਾ ਜਿਹੜਾ ਅੱਗੇ ਵਾਲਾ ਬੰਦਾ ਉਹ ਵੀ ਉਹੋ ਜਿਹਾ ਹੀ ਹੋਊਗਾ, ਪਰ ਉਹ ਫਿਰ ਇਹੋ ਜਿਹੇ ਬੰਦੇ ਨਿਕਲਦੇ ਨੇ ਜਿਨ੍ਹਾਂ ਨੂੰ ਮੈਨ ਆਫ ਸਟਰਾ, ਲੂਟਰਸ, ਰੌਗਸ ਵਿੰਸਟਨ ਚਰਚਿਲ ਨੇ ਕਿਹਾ ਕਿ ਔਰ ਪਾਰਲੀਮੈਂਟ ਦੇ ਅੰਦਰ ਕਿਹਾ, ਰਜਿਸਟਰਡ ਗੱਲ ਹੈਗੀ ਹੈ, ਰਜਿਸਟਰਡ ਗੱਲ ਹੈ। ਠੀਕ ਹੈ ਜੀ, ਮੈਂ ਆਪ ਦੋਨਾਂ ਵਿਦਵਾਨਾਂ ਤੋਂ ਹੁਣ C5 ਚੈਨਲ ਵੱਲੋਂ ਇਜਾਜ਼ਤ ਚਾਹੁੰਦਾ। ਦਰਸ਼ਕੋ, ਤੁਹਾਡੇ ਜਿਹੜੇ ਸਵਾਲ ਸੀ ਅੱਜ, ਉਹਨਾਂ ਸਵਾਲਾਂ ਦੇ ਆਧਾਰ ਤੇ ਅਸੀਂ ਯਾਲਟਾ ਕਾਨਫਰੰਸ ਤੇ ਦੂਸਰਾ ਐਪੀਸੋਡ ਲਿਆਏ ਆ। ਇਹ ਤੁਹਾਡੇ ਸਵਾਲਾਂ ਦੇ ਆਧਾਰ ਤੇ ਆਇਆ। ਅਗਰ ਤੁਹਾਨੂੰ ਇਹ ਠੀਕ ਲੱਗਾ ਤੇ ਇਸ ਐਪੀਸੋਡ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ, ਲਾਈਕ ਕਰਿਆ ਜੇ, ਕਮੈਂਟਸ ਵਿੱਚ ਆਪਣੀ ਗੱਲ ਜ਼ਰੂਰ ਕਰਿਆ ਜੇ, ਤਾਂ ਜੋ ਸਾਨੂੰ ਅੱਗੇ ਐਪੀਸੋਡ ਬਣਾਉਣ ਵਿੱਚ ਤੁਹਾਡੀ ਅਗਵਾਈ ਮਿਲ ਸਕੇ ਕਿ ਤੁਸੀਂ ਕੀ ਚਾਹੁੰਦੇ ਹੋ। ਇੱਥੇ ਅਤਿੰਦਰਪਾਲ ਸਿੰਘ ਖਾਲਿਸਤਾਨੀ C5 ਚੈਨਲ ਵੱਲੋਂ ਦੋਨਾਂ ਵਿਦਵਾਨਾਂ ਸਰਦਾਰ ਇੰਦਰਜੀਤ ਸਿੰਘ ਜੀ ਅਤੇ KS ਚੱਡਾ ਸਾਹਿਬ ਨੂੰ ਧੰਨਵਾਦ ਕਰਦਾ, C5 ਚੈਨਲ ਵੱਲੋਂ ਵੀ ਤੇ ਦਰਸ਼ਕਾਂ ਵੱਲੋਂ ਵੀ, ਤੇ ਇਜਾਜ਼ਤ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।